ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਗੁਰੂ ਸਵਾਰੀ ਪਰਮ ਸਤਿਕਾਰਯੋਗ ਸਾਧ ਸੰਗਤ ਜੀਓ, ਅਕਸਰ ਆਪਾਂ ਸੰਸਾਰ 'ਚ ਦੇਖਦੇ ਹਾਂ ਕਿ ਇੱਕ ਆਦਮੀ ਦੂਸਰੇ ਆਦਮੀ ਦੇ ਨਾਲ ਜਦ ਕੁਸ਼ਤੀ ਕਰਦਾ ਹੈਗਾ ਅਤੇ ਇਸ ਕੁਸ਼ਤੀ ਦਾ ਲੁਤਫ ਉਠਾਉਣ ਵਾਸਤੇ ਬਹੁਤ ਸਾਰੇ ਲੜੇ ਲੋਕੀ ਆ ਉਹ ਟਿਕਟਾਂ ਖਰੀਦ ਕੇ ਇਸ ਕੁਸ਼ਤੀ ਦਾ ਆਨੰਦ ਮਾਣਦੇ ਆ। ਪਰ ਕੀ ਸੰਸਾਰ ਦੇ ਵਿੱਚ ਕੋਈ ਐਸੇ ਵੀ ਵਿਅਕਤੀ ਹੁੰਦੇ ਆ ਜਿਹੜੇ ਆਪਣੇ ਸਰੀਰਕ ਬਲ ਦੇ ਵਿੱਚ ਇੰਨੇ ਸ਼ਕਤੀਸ਼ਾਲੀ ਹੁੰਦੇ ਆ ਕਿ ਇਨਸਾਨਾਂ ਨਾਲ ਕੁਸ਼ਤੀ ਤਾਂ ਇੱਕ ਪਾਸੇ, ਉਹ ਜਾਨਵਰਾਂ ਨਾਲ ਕੁਸ਼ਤੀ ਕਰਕੇ ਕਿਵੇਂ ਆਪਣੀ ਜਿਸਮਾਨੀ ਤਾਕਤ ਦੇ ਨਾਲ ਉਹਨਾਂ ਨੂੰ ਬੇਹੋਸ਼ ਕਰਕੇ ਇੱਕ ਐਸਾ ਰਿਕਾਰਡ ਸਥਾਪਿਤ ਕਰਦੇ ਆ ਸੰਸਾਰ ਦੇ ਅੰਦਰ ਕਿ ਉਹਨਾਂ ਦੀ ਜਿਹੜੀ ਹੈ ਨਾ ਸ਼ੋਭਾ ਹੈਗੀ ਫਿਰ ਸਾਰੇ ਸੰਸਾਰ 'ਚ ਹੁੰਦੀ ਆ। ਇਸ ਤਰ੍ਹਾਂ ਨਾਂ ਦੇ ਇੱਕ ਬਹੁਤ ਸ਼ਕਤੀਸ਼ਾਲੀ ਵਿਅਕਤੀ ਜਿਨ੍ਹਾਂ ਦਾ ਨਾਮ ਹੈ ਸ੍ਰੀ ਸੋਹਮ ਸੁਆਮੀ ਜੀ, ਇਹਨਾਂ ਨੇ ਆਪਣੇ ਜੀਵਨ ਦੇ ਵਿੱਚ ਅਨੇਕਾਂ ਬਾਘਾਂ ਦੇ ਨਾਲ ਲੜਾਈਆਂ ਕੀਤੀਆਂ, ਹਰੇਕ ਲੜਾਈ ਦੇ ਵਿੱਚ ਜਿੱਤ ਪ੍ਰਾਪਤ ਕੀਤੀ ਅਤੇ ਇਹਨਾਂ ਬਾਘਾਂ ਨੂੰ ਬੇਹੋਸ਼ ਕਰਕੇ ਫਿਰ ਇਹਨਾਂ ਨੂੰ ਆਪਣੇ ਕਾਬੂ ਕਰਕੇ ਅਤੇ ਜਿਹੜੇ ਸੰਸਾਰੀ ਕਰਤੱਵ ਸੀਗੇ ਉਹਨਾਂ ਦੀ ਕਲਾ ਇਹਨਾਂ ਜਾਨਵਰਾਂ ਨੂੰ ਸਿਖਾਲੀ ਆ। ਅਤੇ ਅੱਜ ਦਾਸ ਇਸੇ ਹੀ ਸੁਆਮੀ ਜਿਨ੍ਹਾਂ ਨੂੰ ਬਾਘ ਸੁਆਮੀ ਕਰਕੇ ਸਾਰਾ ਸੰਸਾਰ ਜਾਣਦਾ, ਉਹਨਾਂ ਦੇ ਜੀਵਨ ਦੀ ਇੱਕ ਝਲਕ ਆਪ ਸਾਰੀਆਂ ਸੰਗਤਾਂ ਨਾਲ ਸਾਂਝਾ ਕਰਦਾ ਹੈਗਾ। ਇਹ ਜਿਹੜੇ ਬਾਘ ਸੁਆਮੀ ਸੀਗੇ ਇਹ ਕਲਕੱਤਾ ਦਾ ਇੱਕ ਭਵਾਨੀਪੁਰ ਏਰੀਆ ਹੈਗਾ, ਉਸ ਇਲਾਕੇ ਦੇ ਵਿੱਚ ਰਹਿੰਦੇ ਸੀਗੇ। ਇੱਕ ਵਾਰ ਪਰਮਹੰਸ ਜੋਗਨਾਥ ਜੀ ਕਹਿੰਦੇ ਮੈਂ ਅਤੇ ਮੇਰਾ ਇੱਕ ਮਿੱਤਰ ਜਿਹਦਾ ਨਾਂ ਚੰਡੀ ਆ, ਅਸੀਂ ਕਈਆਂ ਚਿਰਾਂ ਤੋਂ ਇਹਨਾਂ ਦੀ ਖੋਜ ਕਰਦੇ ਸੀਗੇ ਵੀ ਇਹ ਕਿੱਥੇ ਰਹਿੰਦੇ ਆ। ਇੱਕ ਦਿਨ ਕਹਿੰਦੇ ਸਾਨੂੰ ਜਦੋਂ ਪਤਾ ਲੱਗਾ ਅਤੇ ਅਸੀਂ ਕਹਿੰਦੇ ਫਿਰ ਕਲਕੱਤੇ ਤੋਂ ਬਾਹਰ ਭਵਾਨੀਪੁਰ ਪੁੱਛਦੇ ਵਿਛਾਉਂਦੇ ਇਹਨਾਂ ਦੇ ਘਰ ਪਹੁੰਚੇ। ਜਦ ਕਹਿੰਦੇ ਅਸੀਂ ਇਹਨਾਂ ਦੇ ਘਰ ਪਹੁੰਚੇ ਤਾਂ ਅਸੀਂ ਕੀ ਦੇਖਿਆ ਕਿ ਇਹਨਾਂ ਦਾ ਜਿਹੜਾ ਘਰ ਦਾ ਮੇਨ ਦਰਵਾਜ਼ਾ ਬੰਦ ਵਾ ਅਤੇ ਲੇਕਿਨ ਦਰਵਾਜ਼ੇ ਦੇ ਉੱਤੇ ਦੋ ਗੋਲਦਾਰ ਵੱਡੇ ਵੱਡੇ ਕੁੰਡੇ ਜਿਹੜੇ ਸੰਗਲੀਆਂ ਦੇ ਰੂਪ ਦੇ ਵਿੱਚ ਆ ਉਹ ਲਮਕੇ ਹੋਏ। ਅਤੇ ਪਰਮਹੰਸ ਜੋਗਨਾਥ ਜੀ ਕਹਿੰਦੇ ਅਸੀਂ ਜ਼ੋਰ ਜ਼ੋਰ ਦੀ ਉਹ ਸੰਗਲ ਖੜਕਾਉਣੇ ਸ਼ੁਰੂ ਕੀਤੇ ਅਤੇ ਕਾਫੀ ਦੇਰ ਸੰਗਲ ਖੜਕਾਉਣ ਤੋਂ ਬਾਅਦ ਅੰਦਰੋਂ ਇੱਕ ਨੌਕਰ ਜਿਹੜਾ ਸੀ ਨਾ ਬੜੀ ਧੀਮੀ ਰਫ਼ਤਾਰ ਦੇ ਵਿੱਚ ਕਹਿੰਦੇ ਉਸ ਦਰਵਾਜ਼ੇ ਕੋਲ ਆਇਆ। ਜਦ ਉਹਨੇ ਮੇਨ ਗੇਟ ਖੋਲ੍ਹਿਆ ਅਤੇ ਕਹਿੰਦੇ ਉਹਨੇ ਬੜਾ ਮੁਸਕਰਾ ਕੇ ਸਾਡਾ ਸਵਾਗਤ ਕੀਤਾ ਅਤੇ ਨਾਲ ਹੀ ਕਹਿੰਦੇ ਉਹਨੇ ਸਾਨੂੰ ਇਸ਼ਾਰਾ ਕੀਤਾ ਵੀ ਦੱਸੋ ਤੁਸੀਂ ਕਿਵੇਂ ਆਏ। ਕਹਿੰਦੇ ਅਸੀਂ ਉਹਨੂੰ ਆਖਿਆ ਕਿ ਅਸੀਂ ਬਾਘ ਸੁਆਮੀ ਜੀ ਦੇ ਦਰਸ਼ਨ ਕਰਨੇ। ਕਹਿੰਦੇ ਨੌਕਰ ਕਹਿਣ ਲੱਗਾ ਵੀ ਚਲੋ ਠੀਕ ਆ ਤੁਸੀਂ ਅੰਦਰ ਆ ਜਾਓ। ਕਹਿੰਦੇ ਉਹਨੇ ਸਾਨੂੰ ਇੱਕ ਕਮਰੇ ਦੇ ਵਿੱਚ ਬਿਠਾ ਦਿੱਤਾ। ਪਰ ਕਹਿੰਦੇ ਅਸੀਂ ਹੈਰਾਨ ਸੀਗੇ ਵੀ ਅਸੀਂ ਕਿੰਨਾ ਚਿਰ ਜ਼ੋਰ ਜ਼ੋਰ ਨਾਲ ਕੁੰਡੇ ਖੜਕਾਏ ਆ, ਪਰ ਇੰਨੇ ਕੁੰਡੇ ਖੜਕਾਉਣ ਦੇ ਨਾਲ ਉਸ ਘਰ ਦੀ ਸ਼ਾਂਤੀ ਬਿਲਕੁਲ ਭੰਗ ਨਹੀਂ ਹੋਈ। ਪਰ ਕਹਿੰਦੇ ਜਦੋਂ ਅਸੀਂ ਕਮਰੇ 'ਚ ਬੈਠੇ ਹਾਂ ਉੱਥੇ ਬੈਠਿਆਂ ਸਾਨੂੰ ਕਾਫੀ ਚਿਰ ਇੰਤਜ਼ਾਰ ਕਰਨਾ ਪੈ ਗਿਆ। ਜਦ ਕਹਿੰਦੇ ਇੰਤਜ਼ਾਰ ਕਰਨਾ ਪੈ ਗਿਆ ਉਹ ਨੌਕਰ ਮੁੜ ਕੇ ਕਮਰੇ ਵਿੱਚ ਹੀ ਨਹੀਂ ਆਇਆ। ਫਿਰ ਪਰਮਹੰਸ ਜੋਗਨਾਥ ਜੀ ਕਹਿੰਦੇ ਮੈਂ ਦੇਖ ਲਿਆ ਕਿ ਜਿਹੜੇ ਸੱਚ ਦੇ ਖੋਜੀ ਆ ਜਦੋਂ ਕਿਸੇ ਖੋਜ ਵਿੱਚ ਨਿਕਲਣ ਉਹਨਾਂ ਵਾਸਤੇ ਧੀਰਜ ਜਿਹੜਾ ਬਹੁਤ ਵੱਡਾ ਹਥਿਆਰ ਆ। ਇਸ ਕਰਕੇ ਕਹਿੰਦੇ ਅਸੀਂ ਬਾਘ ਸੁਆਮੀ ਜੀ ਦਾ ਉਸ ਕਮਰੇ 'ਚ ਬੈਠ ਕੇ ਕਾਫੀ ਲੰਮਾ ਸਮਾਂ ਇੰਤਜ਼ਾਰ ਕਰਦੇ ਰਹੇ। ਜਦ ਇੰਤਜ਼ਾਰ ਕੀਤਾ ਕਹਿੰਦੇ ਉਸ ਤੋਂ ਬਾਅਦ ਫਿਰ ਨੌਕਰ ਸਾਡੇ ਕਮਰੇ 'ਚ ਆਇਆ ਅਤੇ ਸਾਨੂੰ ਕਹਿੰਦੇ ਉੱਥੇ ਲੈ ਗਿਆ ਜਿੱਥੇ ਬਾਘ ਸੁਆਮੀ ਜੀ ਦਾ ਸੌਣ ਵਾਲਾ ਕਮਰਾ। ਜਦ ਕਹਿੰਦੇ ਅਸੀਂ ਉਹ ਸੌਣ ਵਾਲੇ ਕਮਰੇ ਵਿੱਚ ਪਹੁੰਚੇ ਅਤੇ ਅਸੀਂ ਕੀ ਦੇਖਿਆ, ਇੱਕ ਬਹੁਤ ਹੀ ਭਾਰੇ ਸਰੀਰ ਵਾਲੇ ਇੱਕ ਵਿਅਕਤੀ ਜਿਨ੍ਹਾਂ ਨੇ ਆਪਣੇ ਲੱਕ ਦੇ ਦੁਆਲੇ ਬਾਘ ਦੀ ਖੱਲ ਪਾਈ ਹੋਈ ਆ ਉੱਥੇ ਬੈਠੇ ਆ। ਜੋ ਹੀ ਪਰਮਹੰਸ ਜੋਗਨਾਥ ਜੀ ਕਹਿੰਦੇ ਅਸੀਂ ਉਹਨਾਂ ਦਾ ਚਿਹਰਾ ਦੇਖਿਆ ਅਤੇ ਇਹੋ ਜਿਹੇ ਆਦਮੀ ਕਹਿੰਦੇ ਅਸੀਂ ਜ਼ਿੰਦਗੀ 'ਚ ਦੇਖਿਆ ਹੀ ਨਹੀਂ ਸੀ ਜਿੱਦਾਂ ਦੇ ਕਹਿੰਦੇ ਬਾਘ ਸੁਆਮੀ ਸੀ। ਉਹਨਾਂ ਦੀਆਂ ਕਹਿੰਦੇ ਬਾਹਾਂ ਜਿਹੜੀਆਂ ਸੀਗੀਆਂ ਨਾ ਉਹ ਏਡੀਆਂ ਮੋਟੀਆਂ ਅਤੇ ਭਾਰੀਆਂ ਸੀ, ਉਹਨਾਂ ਦੇ ਡੋਲੇ ਇਉਂ ਪ੍ਰਤੀਤ ਹੁੰਦੇ ਸੀਗੇ ਜਿਵੇਂ ਫੁੱਟਬਾਲ ਜਿਹੜਾ ਉਹਦੇ ਵਿੱਚ ਹਵਾ ਭਰੀ ਹੋਵੇ। ਉਹਨਾਂ ਦੀਆਂ ਲੱਤਾਂ ਕਹਿੰਦੇ ਦਰੱਖਤ ਦੇ ਵੱਡੇ ਵੱਡੇ ਟਾਹਣੇ ਵਰਗੀਆਂ ਸੀਗੀਆਂ ਅਤੇ ਸਭ ਤੋਂ ਕਹਿੰਦੇ ਵੱਡੀ ਗੱਲ ਇਹ ਸੀਗੀ ਕਿ ਉਹਨਾਂ ਦੀ ਜਿਹੜੀ ਛਾਤੀ ਸੀ ਉਹ ਦੇਖਣ ਨੂੰ ਇੱਦਾਂ ਲੱਗਦਾ ਜਿਵੇਂ ਖਰਾਸ ਦਾ ਪੁੜ ਹੋਵੇ। ਪਰ ਕਹਿੰਦੇ ਉਹਨਾਂ ਦਾ ਜਿਹੜਾ ਚਿਹਰਾ ਸੀਗਾ ਤਾਂ ਕਹਿੰਦੇ ਬੜਾ ਸ਼ਕਤੀਸ਼ਾਲੀ ਪਰ ਬੜਾ ਸ਼ਾਂਤ ਚਿੱਤ ਸੀਗਾ। ਕਹਿੰਦੇ ਜਦੋਂ ਅਸੀਂ ਗਏ ਆ ਇਸ ਤਰ੍ਹਾਂ ਦਾ ਇਹਨਾਂ ਦਾ ਰੂਪ ਦੇਖਿਆ ਅਤੇ ਸਾਡੇ ਰੌਂਗਟੇ ਵੀ ਖੜ੍ਹੇ ਹੋ ਗਏ। ਅਸੀਂ ਜਾ ਕੇ ਉਹਨਾਂ ਨੂੰ ਨਮਸਕਾਰ ਕੀਤੀ। ਕਹਿੰਦੇ ਉਹਨਾਂ ਨੇ ਬੜੇ ਮੁਸਕਰਾ ਕੇ ਸਾਡਾ ਸਵਾਗਤ ਕੀਤਾ, ਸਾਨੂੰ ਬੈਠਣ ਵਾਸਤੇ ਇਸ਼ਾਰਾ ਕੀਤਾ। ਅਤੇ ਪਰਮਹੰਸ ਜੋਗਨਾਥ ਜੀ ਕਹਿੰਦੇ ਅਸੀਂ ਬਾਘ ਸੁਆਮੀ ਦੇ ਸਾਹਮਣੇ ਹੇਠਾਂ ਉਹਨਾਂ ਦੇ ਸਤਿਕਾਰ ਕਰਕੇ ਬੈਠ ਗਏ। ਜਦੋਂ ਕਹਿੰਦੇ ਬੈਠੇ ਆ ਅਤੇ ਅਸੀਂ ਕਹਿੰਦੇ ਸਭ ਤੋਂ ਪਹਿਲਾਂ ਜਾਣੀ ਕਿ ਉਹਨਾਂ ਨਾਲ ਜਿਹੜੀ ਸ਼ੁਰੂਆਤ ਗੱਲ ਇਹੋ ਹੀ ਕੀਤੀ ਹੈ ਕਿ ਅਸੀਂ ਸੁਣਿਆ ਹੈਗਾ ਕਿ ਤੁਸੀਂ ਜੰਗਲ ਦੇ ਜਿੰਨੇ ਭਿਆਨਕ ਬਾਘ ਆ ਉਹਨਾਂ ਨੂੰ ਜ਼ਿੰਦਗੀ ਦੇ ਵਿੱਚ ਬਹੁਤ ਵਾਰੀ ਆਪਣੇ ਖਾਲੀ ਹੱਥਾਂ ਦੇ ਨਾਲ ਲੜਾਈ ਕਰਕੇ ਉਹਨਾਂ 'ਤੇ ਫਤਿਹ ਪ੍ਰਾਪਤ ਕੀਤੀ ਆ। ਕਹਿੰਦੇ ਇੱਦਾਂ ਕਰਦੇ ਕਰਦੇ ਫਿਰ ਪਰਮਹੰਸ ਜੋਗਨਾਥ ਜੀ ਕਹਿੰਦੇ ਵੀ ਅਸੀਂ ਉਹਨਾਂ ਦੇ ਨਾਲ ਇੱਕ ਇਹ ਸਵਾਲ ਕਰ ਦਿੱਤਾ ਵੀ ਸਾਨੂੰ ਪਹਿਲਾਂ ਤੁਸੀਂ ਇਹ ਦੱਸੋ ਵੀ ਜਿਹੜੇ ਜੰਗਲੀ ਬਾਘ ਆ ਇਹ ਜੰਗਲੀ ਬਾਘ ਜਿਹੜੇ ਆ ਇਹਨਾਂ ਦੇ ਵਿੱਚੋਂ ਅਗਰ ਸਭ ਤੋਂ ਵੱਧ ਖਤਰਨਾਕ ਕੋਈ ਬਾਘ ਦੇਖੀਏ ਤਾਂ ਉਹ ਹੈ ਰਾਇਲ ਬੰਗਾਲੀ ਟਾਈਗਰ। ਪਰ ਅਸੀਂ ਹੈਰਾਨ ਹੈ ਕਿ ਜਿਹੜਾ ਰਾਇਲ ਬੰਗਾਲੀ ਟਾਈਗਰ ਹੈਗਾ
ਇਸ ਨੂੰ ਤੁਸੀਂ ਖਾਲੀ ਹੱਥਾਂ ਦੇ ਨਾਲ ਕਿਸ ਤਰ੍ਹਾਂ ਹਰਾ ਸਕਦੇ ਆ, ਬੜਾ ਸਾਨੂੰ ਸੋਚਣ ਦੇ ਵਿੱਚ ਅਸੰਭਵ ਜਿਹਾ ਲੱਗਦਾ। ਜਦ ਕਹਿੰਦੇ ਇਹ ਗੱਲ ਹੋਈ ਤਾਂ ਕਹਿੰਦੇ ਉਹ ਜਿਹੜੇ ਬਾਘ ਸਵਾਮੀ ਸੀ ਹੱਸ ਪਏ। ਹੱਸ ਕੇ ਕਹਿੰਦੇ ਸਾਨੂੰ ਕਹਿਣ ਲੱਗੇ, ਕਹਿੰਦੇ ਦੇਖੋ ਭਾਈ, ਬਾਘਾਂ ਦੇ ਨਾਲ ਕਹਿੰਦੇ ਲੜਨਾ ਹਨ, ਕਹਿੰਦੇ ਮੇਰੇ ਵਾਸਤੇ ਕੋਈ ਮੁਸ਼ਕਲ ਗੱਲ ਨਹੀਂ ਆ। ਅੱਜ ਵੀ ਕਹਿੰਦੇ ਜੇ ਅੱਜ ਵੀ ਮੈਨੂੰ ਲੋੜ ਪਵੇ ਤਾਂ ਅੱਜ ਵੀ ਮੈਂ ਕਿਸੇ ਵੀ ਜੰਗਲੀ ਭਿਆਨਕ ਬਾਘ ਦੇ ਨਾਲ ਬੜੀ ਆਸਾਨੀ ਦੇ ਨਾਲ ਲੜ ਕਹਿੰਦੇ। ਜਦ ਉਹਨਾਂ ਨੇ ਹੱਸ ਕੇ ਇਹ ਗੱਲ ਕਹੀ ਆ, ਫਿਰ ਕਹਿੰਦੇ ਅਸੀਂ ਚੁੱਪ ਕਰ ਗਏ। ਅਤੇ ਫਿਰ ਅਗਲੀ ਗੱਲ ਜਿਹੜੀ ਸੀ ਬਾਘ ਸਵਾਮੀ ਨੇ ਇਹ ਦੱਸੀ ਸੀ, ਕਹਿੰਦੇ ਵੀ ਤੁਸੀਂ ਹੈ ਨਾ ਬਾਘਾਂ ਨੂੰ ਬਾਘ ਸਮਝਦੇ ਆ, ਪਰ ਕਹਿੰਦੇ ਮੈਂ ਹੈ ਨਾ ਬਾਘਾਂ ਨੂੰ ਜਿਹੜਾ ਹੈ ਉਹ ਘਰੇਲੂ ਬਿੱਲੀਆਂ ਦੇ ਵਾਂਗੂ ਮੰਨਦਾ ਹੈਗਾ। ਹਾਂ, ਜਦ ਕਹਿੰਦੇ ਇਹ ਗੱਲ ਹੋਈ ਆ ਅਤੇ ਫਿਰ ਕਹਿੰਦੇ ਉਹਨਾਂ ਨੇ ਇਹ ਗੱਲ ਕਹੀ ਸੀਗੀ ਕਿ ਲੇਕਿਨ ਬਾਘਾਂ ਨੂੰ ਹਰਾਉਣ ਦੇ ਵਾਸਤੇ ਤਾਕਤ ਦਾ ਹੋਣਾ ਬੜਾ ਜ਼ਰੂਰੀ ਆ। ਪਰ ਸਵਾਮੀ ਜੋਗਾਨੰਦ ਜੀ ਕਹਿੰਦੇ ਮੈਂ ਉਹਨਾਂ ਨੂੰ ਇਹ ਗੱਲ ਦੇ ਵਿੱਚੋਂ ਟੋਕ ਕੇ ਇਹ ਗੱਲ ਆਖੀ ਸੀਗੀ। ਮੈਂ ਕਿਹਾ ਵੀ ਜਿਵੇਂ ਤੁਸੀਂ ਬਾਘਾਂ ਨੂੰ ਹਰਾਉਂਦੇ ਆ ਅਤੇ ਕੀ ਮੈਂ ਵੀ ਬਾਘਾਂ ਨੂੰ ਹਰਾ ਸਕਦਾ ਹੈਗਾ? ਅਤੇ ਕਹਿੰਦੇ ਉਹ ਬਾਘ ਸਵਾਮੀ ਨੂੰ ਕਹਿਣ ਲੱਗੇ ਕਿ ਹਾਂ, ਇਹ ਤਾਂ ਕੰਮ ਕੋਈ ਵੀ ਕਰ ਸਕਦਾ, ਪਰ ਇੱਕ ਗੱਲ ਹੈਗੀ ਆ ਕਿ ਉਹਦੇ ਵਿੱਚ ਕੁਛ ਗੁਣ ਹੋਣੇ ਚਾਹੀਦੇ ਆ। ਪਹਿਲਾ ਤਾਂ ਗੁਣ ਕਹਿੰਦੇ ਇਹ ਹੈਗਾ ਕਿ ਜਿਵੇਂ ਕੋਈ ਆਦਮੀ ਜਿਹੜਾ ਹੈ ਨਾ ਉਹ ਇੱਕ ਬੱਚੇ ਦੀ ਨਿਆਈ ਆ। ਜਿਵੇਂ ਬੱਚਾ ਜਿਹੜਾ ਹੈਗਾ ਅਗਰ ਉਹ ਬਾਘ ਨੂੰ ਬਿੱਲੀ ਵੀ ਸਮਝ ਲਵੇ, ਪਰ ਅਗਰ ਉਹ ਬਾਘ ਨੂੰ ਹਰਾਉਣਾ ਚਾਹਵੇ ਤਾਂ ਬੜਾ ਅਸੰਭਵ ਆ। ਇਹਦੇ ਵਾਸਤੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਉਹਦੇ ਕੋਲ ਕੁਦਰਤੀ ਜਿਸਮਾਨੀ ਤਾਕਤ ਹੋਣੀ ਬੜੀ ਜ਼ਰੂਰੀ ਹੈ, ਜਿਵੇਂ ਬਾਘ ਸਵਾਮੀ ਦੇ ਸਰੀਰ ਦੇ ਵਿੱਚ। ਦੂਸਰਾ ਉਹਨਾਂ ਨੇ ਇਹ ਆਖਿਆ ਸੀਗਾ, ਉਹ ਕਹਿੰਦੇ ਵੀ ਇਹ ਗੱਲ ਦੂਸਰੀ ਇਹ ਹੈਗੀ ਆ ਕਿ ਜਿਵੇਂ ਮੇਰਾ ਹੱਥ ਹੈਗਾ, ਮੇਰੇ ਹੱਥ ਦੇ ਵਿੱਚ ਉਸ ਭਗਵਾਨ ਨੇ ਇੰਨੀ ਸ਼ਕਤੀ ਦਿੱਤੀ ਆ ਕਿ ਮੈਂ ਆਪਣੇ ਇਹਨਾਂ ਹੱਥਾਂ ਨੂੰ ਹੈ ਨਾ ਬਾਘ ਨੂੰ ਹਰਾਉਣ ਦੇ ਵਿੱਚ ਇੱਕ ਸ਼ਕਤੀਸ਼ਾਲੀ ਹਥਿਆਰ ਦੇ ਵਜੋਂ ਇਹਨਾਂ ਹੱਥਾਂ ਤੋਂ ਕੰਮ ਲੈਂਦਾ। ਕਹਿੰਦੇ ਇਹ ਕਹਿ ਕੇ ਤੇ ਬਾਘ ਸਵਾਮੀ ਸਾਨੂੰ ਉਹ ਆਪਣੇ ਵਿਹੜੇ ਦੇ ਵਿੱਚ ਲੈ ਗਏ। ਉੱਥੇ ਇੱਕ ਕੰਧ ਸੀ ਜਿਹੜੀ ਸੀਮਿੰਟ ਦੇ ਨਾਲ ਚਣੀ ਸੀ, ਉਹਦੇ ਵਿੱਚ ਜਾ ਕੇ ਕਹਿੰਦੇ ਬਾਘ ਸਵਾਮੀ ਨੇ ਆਪਣੇ ਬੜੇ ਜ਼ੋਰ ਦੇ ਨਾਲ ਕੰਧ ਦੇ ਵਿੱਚ ਮੁੱਕਾ ਮਾਰਿਆ। ਜਦ ਮੁੱਕਾ ਮਾਰਿਆ ਤਾਂ ਇੱਕ ਸੀਮਿੰਟ ਦੇ ਨਾਲ ਜਿਹੜੀ ਲਾਈ ਹੋਈ ਇੱਟ ਸੀਗੀ ਬੜੀ ਆਸਾਨੀ ਦੇ ਨਾਲ ਕਹਿੰਦੇ ਟੁੱਟ ਕੇ ਬਾਹਰ ਉਸੇ ਟਾਈਮ ਨਿਕਲ ਗਈ। ਜਦ ਨਿਕਲੀ ਤਾਂ ਪਰਮਹੰਸ ਜੋਗਾਨੰਦ ਜੀ ਕਹਿੰਦੇ ਅਸੀਂ ਹੈਰਾਨ ਹੋ ਗਏ ਅਤੇ ਮਨ ਦੇ ਵਿੱਚ ਇਹ ਕਿਹਾ ਕਿ ਜਿਹੜਾ ਇੱਕੋ ਹੀ ਮੁੱਕੇ ਘਸੁੰਨ ਦੇ ਨਾਲ ਸੀਮਿੰਟ ਦੇ ਨਾਲ ਲੱਗੀ ਹੋਈ ਚਿਣਾਈ ਦੀ ਕੰਧ ਨੂੰ ਤੋੜ ਸਕਦਾ ਅਤੇ ਉਹ ਬਾਘ ਦੇ ਦੰਦਾਂ ਨੂੰ ਵੀ ਬੜੀ ਆਸਾਨੀ ਨਾਲ ਤੋੜ ਸਕਦਾ ਹੈਗਾ। ਉਸ ਤੋਂ ਬਾਅਦ ਫਿਰ ਕਹਿੰਦੇ ਫਿਰ ਉਸ ਨੇ ਸਾਨੂੰ ਇਹ ਗੱਲ ਦੱਸੀ ਸੀਗੀ ਕਿ ਬਹੁਤ ਸਾਰੇ ਜਿਹੜੇ ਲੋਕੀ ਆ, ਬਾਘ ਸਵਾਮੀ ਜੀ ਕਹਿਣ ਲੱਗੇ ਕਿ ਉਹਨਾਂ ਦੇ ਸਰੀਰ ਦੇ ਵਿੱਚ ਸਰੀਰਕ ਸ਼ਕਤੀ ਹੁੰਦੀ ਆ, ਪਰ ਕਹਿੰਦੇ ਨਾਲ ਉਹਨਾਂ ਨੇ ਸਾਨੂੰ ਉਪਦੇਸ਼ ਦੇ ਨਾਲ ਇਹ ਗੱਲ ਦੱਸੀ ਸੀ ਵੀ ਭਾਵੇਂ ਸਰੀਰਕ ਸ਼ਕਤੀ ਉਹਨਾਂ ਵਿੱਚ ਮੇਰੇ ਵਾਂਗੂ ਹੁੰਦੀ ਆ, ਪਰ ਉਹਨਾਂ ਦੇ ਵਿੱਚ ਦ੍ਰਿੜ ਵਿਸ਼ਵਾਸ ਦੀ ਘਾਟ ਹੁੰਦੀ ਆ। ਅਤੇ ਇਹੋ ਜਿਹੇ ਜਿਹੜੇ ਲੋਕੀ ਆ ਜਿਨ੍ਹਾਂ 'ਚ ਦ੍ਰਿੜ ਵਿਸ਼ਵਾਸ ਦੀ ਘਾਟ ਵਾ, ਕਹਿੰਦੇ ਉਹਨਾਂ ਦੀ ਮਾਨਸਿਕ ਸ਼ਕਤੀ ਦੇ ਘਾਟ ਦੇ ਕਾਰਨ ਇਹੋ ਜਿਹੇ ਆਦਮੀ ਜਦ ਜੰਗਲੀ ਬਾਘਾਂ ਨੂੰ ਜਾਨਵਰਾਂ ਨੂੰ ਦੇਖਦੇ ਹਨ, ਉਹ ਦੇਖਦੇ ਸਾਰੀ ਕਹਿੰਦੇ ਬੇਹੋਸ਼ ਹੋ ਜਾਂਦੇ ਆ। ਇਸ ਤੋਂ ਬਾਅਦ ਕਹਿੰਦੇ ਉਹਨਾਂ ਨੇ ਇੱਕ ਉਦਾਹਰਨ ਦਿੱਤੀ, ਉਹਦੇ ਵਿੱਚ ਉਹਨੇ ਇਹ ਦੱਸਿਆ ਸੀਗਾ ਕਿ ਕਿਵੇਂ ਇੱਕ ਜਨਾਨ ਦਾ ਜਿਹੜਾ ਨਾ ਸੂਰਮਾ ਪਹਿਲਵਾਨ ਸੀ ਜਿਹਦਾ ਨਾਂ ਸੀ ਹਰਕਲੀਅਨ। ਕਹਿੰਦੇ ਜਿਹੜਾ ਇਹ ਹਰਕਲੀਅਨ ਸੀ, ਇਹ ਜਿਹੜਾ ਬੰਗਾਲੀ ਟਾਈਗਰ ਹੈਗਾ, ਰਾਇਲ ਬੰਗਾਲੀ ਟਾਈਗਰ, ਕਹਿੰਦੇ ਉਹਦੇ ਜਿਹੜੇ ਹਮਲੇ ਆ ਉਹਨਾਂ ਦੇ ਹਮਲਿਆਂ ਨੂੰ ਉਹ ਬਰਦਾਸ਼ਤ ਨਹੀਂ ਕਰਤਾ। ਉਹਨੇ ਸਿਰਫ ਆਪਣੇ ਆਪ ਨੂੰ ਬਚਾਉਣ ਦੇ ਵਾਸਤੇ ਆਪਣੇ ਹੱਥਾਂ ਦੇ ਨਾਲ ਸਿਰਫ ਢਾਲ ਦਾ ਕੰਮ ਕਰਦਾ ਰਿਹਾ ਹੈਗਾ। ਪਰ ਕਹਿੰਦੇ ਅਗਰ ਹੈ ਨਾ ਅੰਦਰ ਜਿਸਮਾਨੀ ਤਾਕਤ ਵੀ ਹੋਵੇ, ਦ੍ਰਿੜ ਇਰਾਦਾ ਵੀ ਹੋਵੇ, ਅਤੇ ਇਹ ਜਿਹੜਾ ਦ੍ਰਿੜ ਇਰਾਦਾ ਹੈਗਾ ਇਹ ਸਰੀਰਕ ਸ਼ਕਤੀ ਦੇ ਨਾਲ ਜਿਹੜੀ ਇੱਛਾ ਪੂਰਤੀ ਦੀ ਤਾਕਤ ਹੈਗੀ ਆ, ਇਸ ਇੱਛਾ ਪੂਰਤੀ ਦੀ ਤਾਕਤ ਦੇ ਨਾਲ ਅਗਰ ਕੋਈ ਆਦਮੀ ਆਪਣਾ ਹਮਲਾਵਰ ਰੁੱਖ ਅਪਣਾ ਕੇ ਉਸ ਬਾਘ ਦੇ ਉੱਤੇ ਕਹਿੰਦੇ ਹਮਲਾ ਕਰੇ, ਫਿਰ ਕਹਿੰਦੇ ਉਹ ਬਾਘ ਨੂੰ ਜਿਹੜਾ ਹੈਗਾ ਉਹ ਆਪਣੇ ਸਾਹਮਣੇ ਭਿੱਜੀ ਬਿੱਲੀ ਬਣਾ ਸਕਦਾ, ਹਰਾਉਣ ਦੇ ਵਿੱਚ ਬੜੀ ਆਸਾਨੀ ਦੇ ਨਾਲ ਕਾਮਯਾਬ ਹੋ ਸਕਦਾ ਹੈਗਾ। ਕਹਿੰਦੇ ਇਹ ਜਿਹੜੇ ਜਦੋਂ ਬਾਜ਼ਾਰ ਸੀਗੇ ਇਹਨੇ ਬਾਘ ਸਵਾਮੀ ਜੀ ਨੇ ਸਾਨੂੰ ਦੱਸੇ, ਅਤੇ ਪਰਮਹੰਸ ਜੋਗਾਨੰਦ ਜੀ ਕਹਿੰਦੇ ਅਸੀਂ ਬੜੇ ਪ੍ਰੇਮ ਦੇ ਨਾਲ ਉਹਨਾਂ ਦੀਆਂ ਇਹ ਗੱਲਾਂ ਸੁਣਦੇ ਗਏ। ਉਸ ਤੋਂ ਬਾਅਦ ਕਹਿੰਦੇ ਉਹ ਸਾਨੂੰ ਕਹਿਣ ਲੱਗੇ ਕਿ ਅਸਲ ਦੇ ਵਿੱਚ ਕੀ ਆ, ਕਹਿੰਦੇ ਜਿਹੜਾ ਮਨ ਆ ਨਾ ਬੰਦੇ ਦਾ, ਅਗਰ ਉਹ ਮਨ ਬਹੁਤ ਜ਼ਿਆਦਾ ਮਜ਼ਬੂਤ ਹੋਵੇ ਤਾਂ ਮਜ਼ਬੂਤ ਮਨ ਜਿਹੜਾ ਹੈਗਾ ਉਹ ਸਰੀਰ ਦੀਆਂ ਮਾਸਪੇਸ਼ੀਆਂ ਨੂੰ ਕੰਟਰੋਲ ਕਰਦਾ। ਫਿਰ ਉਹਨੇ ਕਿਹਾ ਸੀ, ਕਹਿੰਦੇ ਵੀ ਜਿਵੇਂ ਹੈ ਨਾ ਹਥੌੜੇ ਦੇ ਨਾਲ ਕੋਈ ਆਪਾਂ ਸੱਟ ਮਾਰਦੇ ਹਾਂ, ਪਰ ਜਿਹੜੀ ਸੱਟ ਹਥੌੜੇ ਦੇ ਨਾਲ ਲੱਗਦੀ ਆ ਉਹ ਸੱਟ ਜਿਹੜੀ ਹੈ ਨਾ ਉਹ ਮਨੁੱਖ ਦੀ ਸ਼ਕਤੀ 'ਤੇ ਨਿਰਭਰ ਕਰਦੀ ਆ। ਇਸੇ ਤਰ੍ਹਾਂ ਜਿਹੜੀ ਮਨੁੱਖ ਦੀ ਜਿਹੜੀ ਸ਼ਕਤੀ ਆ ਉਸ ਦੇ ਹਮਲਾਵਰ ਰੁੱਖ ਦੇ ਜਿਹੜਾ ਹੌਸਲਾ ਹੈਗਾ ਉਸ ਹਮਲਾਵਰ ਰੁੱਖ ਦੇ ਹੌਸਲੇ 'ਤੇ ਨਿਰਭਰ ਕਰਦੀ ਆ। ਫਿਰ ਕਹਿੰਦੇ ਉਹਨਾਂ ਨੇ ਹੈ ਨਾ ਸਾਨੂੰ ਇੱਕ ਬੜੀ ਸੁੰਦਰ ਕਹਾਣੀ ਸੁਣਾਈ। ਬਾਘ ਸਵਾਮੀ ਜੀ ਕਹਿੰਦੇ ਵੀ ਬਚਪਨ ਦੇ ਵਿੱਚ ਹੈ ਨਾ ਕਹਿੰਦੇ ਮੇਰੀ ਇੱਛਾ ਸ਼ਕਤੀ ਭਾਵੇਂ ਬੜੀ ਮਜ਼ਬੂਤ ਸੀਗੀ, ਪਰ ਮੇਰਾ ਸਰੀਰ ਬੜਾ ਕਮਜ਼ੋਰ ਸੀਗਾ। ਜਦ ਪਰਮਹੰਸ ਜੋਗਾਨੰਦ ਜੀ ਕਹਿੰਦੇ ਉਹਨੇ ਸਾਨੂੰ ਇੰਨੀ ਗੱਲ ਕਹੀ, ਅਤੇ ਕਹਿੰਦੇ ਮੈਂ ਉਹਨਾਂ ਨੂੰ ਕਿਹਾ ਹੈਗਾ ਮੈਨੂੰ ਲੱਗਦਾ ਨਹੀਂ ਗਾ ਤੁਹਾਡਾ ਸਰੀਰ ਦੇਖ ਕੇ ਵੀ ਤੁਹਾਡਾ ਸਰੀਰ ਕਦੀ ਕਮਜ਼ੋਰ ਹੋ ਸਕਦਾ।
ਕਹਿੰਦੇ ਤੁਸੀਂ ਮੰਨੋ ਜਾਂ ਨਾ ਮੰਨੋ, ਇਹ ਵਾਕਿਆ ਗੱਲ ਸਹੀ ਆ ਕਿ ਮੇਰੀ ਇੱਛਾ ਸ਼ਕਤੀ ਜਿਹੜੀ ਸੀਗੀ ਉਹ ਬੜੀ ਮਜ਼ਬੂਤ ਸੀ, ਪਰ ਜਿਹੜਾ ਮੇਰਾ ਸਰੀਰ ਸੀਗਾ ਨਾ ਇਹ ਬੜਾ ਕਮਜ਼ੋਰ ਸੀਗਾ। ਪਰ ਇਸ ਇੱਛਾ ਸ਼ਕਤੀ ਦੇ ਸਹਾਰੇ ਕਹਿੰਦੇ ਮੈਂ ਜਿਹੜੀ ਆਪਣੇ ਵਿਚਾਰਾਂ ਦੀ ਦ੍ਰਿੜਤਾ ਹੈਗੀ ਆ, ਵਿਚਾਰਾਂ ਦੀ ਦ੍ਰਿੜਤਾ ਦੇ ਨਾਲ ਹੀ ਜਿਹੜੇ ਕਹਿੰਦੇ ਆਪਣੇ ਸਰੀਰ ਦੀ ਕਮਜ਼ੋਰੀ ਨੂੰ ਦੂਰ ਕਰ ਸਕਿਆ ਸੀਗਾ। ਫਿਰ ਪਰਮਹੰਸ ਯੋਗਾਨੰਦ ਜੀ ਕਹਿੰਦੇ ਸੀਗੇ, ਕਹਿੰਦੇ ਵੀ ਮੈਂ ਉਹਨਾਂ ਨੂੰ ਕਿਹਾ ਵੀ ਜਿਵੇਂ ਤੁਸੀਂ ਬਾਘਾਂ ਦੇ ਨਾਲ ਲੜ ਲੈਂਦੇ ਆ, ਕਿ ਮੈਂ ਵੀ ਬਾਘਾਂ ਦੇ ਨਾਲ ਲੜਨ ਦੇ ਕਦੀ ਯੋਗ ਹੋ ਸਕਦਾ ਹੈਗਾ। ਤੇ ਫਿਰ ਕਹਿੰਦੇ ਉਹਨੇ ਕਿਹਾ ਸੀਗਾ ਕਿ ਜਿਹੜੇ ਜੰਗਲੀ ਜਾਨਵਰ ਹਨ, ਜੰਗਲੀ ਜਾਨਵਰਾਂ ਨੂੰ ਅਗਰ ਕੋਈ ਆਪਣੀ ਤਾਕਤ ਜਿਸਮਾਨੀ ਦੇ ਨਾਲ ਵੀ ਹਰਾ ਦੇਵੇ ਤੇ ਪਰ ਕਹਿੰਦੇ ਵੀ ਇਹਦਾ ਕੋਈ ਅਧਿਆਤਮਿਕ ਫਾਇਦਾ ਉਸ ਇਨਸਾਨ ਨੂੰ ਕਦੀ ਨਹੀਂ ਮਿਲਦਾ। ਕਹਿੰਦੇ ਜਦੋਂ ਸਾਨੂੰ ਸਵਾਮੀ ਜੀ ਨੇ ਜਿਹੜੀ ਸੀ ਇਹ ਗੱਲ ਆਖੀ, ਕਹਿੰਦੇ ਫਿਰ ਅਸੀਂ ਚੁੱਪ ਕਰ ਗਏ। ਫਿਰ ਉਹਨੇ ਕਿਹਾ, ਕਹਿੰਦੇ ਵੀ ਤੁਸੀਂ ਇਸ ਤਰ੍ਹਾਂ ਕਰੋ, ਜਿਹੜਾ ਮਨ ਰੂਪੀ ਜੰਗਲ ਆ, ਮਨ ਰੂਪੀ ਜੰਗਲ ਦੇ ਅੰਦਰ ਜਿਹੜੀਆਂ ਇਛਾਵਾਂ ਤੇ ਵਾਸ਼ਨਾਵਾਂ ਹੈਗੀਆਂ, ਇਹਨਾਂ ਇਛਾਵਾਂ ਤੇ ਵਾਸ਼ਨਾਵਾਂ ਦੇ ਜਿਹੜੇ ਵੈਸ਼ੀ ਵਾਗ ਆ ਨਾ, ਉਹ ਸਦਾ ਹੀ ਕਹਿੰਦੇ ਤੁਹਾਨੂੰ ਨਸ਼ਟ ਕਰਨ ਵਾਸਤੇ ਹਮੇਸ਼ਾ ਘਾਤ ਲਗਾਈ ਬੈਠੇ ਆ। ਬਸ ਆਪਰਲੇ ਅੰਦਰ ਜਿਹੜੇ ਨਾ ਵਾਸ਼ਨਾਵਾਂ ਦੇ ਵਾਗ ਹੈਗੇ ਆ, ਇਹਨਾਂ ਨੂੰ ਮਾਰ ਕੇ ਇਹਨਾਂ 'ਤੇ ਜਿੱਤ ਪ੍ਰਾਪਤ ਕਰੋ। ਕਹਿੰਦੇ ਜਦੋਂ ਉਹਨਾਂ ਨੇ ਸਾਨੂੰ ਇਹ ਗਿਆਨ ਦਾ ਉਪਦੇਸ਼ ਦਿੱਤਾ, ਫਿਰ ਕਹਿੰਦੇ ਅਸੀਂ ਜਾਣੀ ਕਿ ਉਹਨਾਂ ਦਾ ਇਹ ਉਪਦੇਸ਼ ਦੇ ਕੇ ਨਾ ਬੜੇ ਖੁਸ਼ ਹੋ ਗਏ ਸੀਗੇ। ਉਸ ਤੋਂ ਬਾਅਦ ਫਿਰ ਪਰਮਹੰਸ ਯੋਗਾਨੰਦ ਜੀ ਕਹਿੰਦੇ ਉਹਨਾਂ ਨੇ ਆਪਣੀ ਗੱਲ ਅੱਗੇ ਤੋਰਦਿਆਂ ਇਹ ਗੱਲ ਆਖੀ ਸੀ, ਕਹਿੰਦੇ ਜਦੋਂ ਸੰਸਾਰ ਦੇ ਅੰਦਰ ਮੈਨੂੰ ਬੜੀ ਪ੍ਰਸਿੱਧੀ ਮਿਲੀ ਆ ਤੇ ਮੇਰੀ ਪ੍ਰਸਿੱਧੀ ਜਿਹੜੀ ਸੀ ਇਹ ਆਕਾਸ਼ਾਂ ਦੇ ਵਿੱਚ ਗੂੰਜਣ ਲੱਗੀ ਆ, ਉਸ ਟਾਈਮ ਫਿਰ ਸੋਹਮ ਸਵਾਮੀ ਜੀ ਨੇ ਆਖਿਆ ਸੀਗਾ, ਕਹਿੰਦੇ ਵੀ ਮੈਨੂੰ ਉਹਨਾਂ ਟਾਈਮਾਂ ਦੇ ਵਿੱਚ ਆਪਣੀ ਤਾਕਤ ਦਾ ਮਾਣ ਹੋ ਗਿਆ ਸੀ, ਹੰਕਾਰ ਦਾ ਨਸ਼ਾ ਹੋ ਗਿਆ ਸੀਗਾ। ਅਤੇ ਇਸ ਹੰਕਾਰ ਦੇ ਨਸ਼ੇ ਦੇ ਕਰਕੇ ਮੈਂ ਬੜੀ ਆਸਾਨੀ ਦੇ ਨਾਲ ਕਿਸੇ ਵੀ ਬਾਘ ਨੂੰ ਫੜ ਕੇ ਉਹਨੂੰ ਕਾਬੂ ਕਰਕੇ ਹਰਾ ਕੇ ਬੇਹੋਸ਼ ਕਰਕੇ ਉਹਨੂੰ ਜਿਹੜੇ ਕਰਤੱਵਾਂ ਦੀ ਕਲਾ ਸਿਖਾਉਣ ਦੇ ਵਿੱਚ ਕਾਮਯਾਬ ਹੋ ਜਾਂਦਾ ਸੀਗਾ। ਕਹਿੰਦੇ ਜਦ ਇਸ ਤਰ੍ਹਾਂ ਸਿਲਸਿਲਾ ਚੱਲਦਾ ਰਿਹਾ, ਇੱਕ ਦਿਨ ਕਹਿੰਦੇ ਅਚਾਨਕ ਮੈਂ ਆਪਣੇ ਕਮਰੇ 'ਚ ਬੈਠਾ ਸੀਗਾ ਅਤੇ ਬਾਘ ਸਵਾਮੀ ਜੀ ਕਹਿੰਦੇ ਮੇਰੇ ਪਿਤਾ ਜੀ ਮੇਰੇ ਪਾਸ ਆਏ। ਆ ਕੇ ਕਹਿੰਦੇ ਉਹਨਾਂ ਨੇ ਮੈਨੂੰ ਇੱਕ ਬੜੀ ਗੰਭੀਰ ਚੇਤਾਵਨੀ ਦਿੱਤੀ। ਕਹਿੰਦੇ ਉਹਨਾਂ ਨੇ ਮੈਨੂੰ ਚੇਤਾਵਨੀ ਦਿੱਤੀ ਵੀ ਜੰਗਲੀ ਜਾਨਵਰਾਂ ਜਿੰਨੇ ਵੀ ਹੈ ਨਾ ਉਸ ਜੰਗਲ 'ਚ ਰਹਿੰਦੇ ਆ, ਉਹਨਾਂ ਦੇ ਵਿੱਚ ਤੇਰੇ ਪ੍ਰਤੀ ਬੜੀ ਰੋਸ ਭਰੀ ਨਾਰਾਜ਼ਗੀ ਹੈਗੀ ਆ। ਇਸ ਵਾਸਤੇ ਤੇਰਾ ਜਿਹੜਾ ਜੀਵਨ ਹੈਗਾ ਉਹ ਕਿਸੇ ਵੀ ਟਾਈਮ ਖਤਰੇ ਦੇ ਵਿੱਚ ਆ ਸਕਦਾ ਹੈਗਾ। ਅਤੇ ਕਹਿੰਦੇ ਵੀ ਮੇਰੇ ਪਿਤਾ ਜੀ ਮੈਨੂੰ ਕਹਿੰਦੇ ਕਿ ਮੈਂ ਤੈਨੂੰ ਇਹ ਸਲਾਹ ਦਿੰਦਾ ਹੈਗਾ ਕਿ ਅੱਗੇ ਤੋਂ ਤੂੰ ਜਿੰਨੇ ਵੀ ਜਿਹੜੇ ਬਾਘ ਹੈ ਉਹਨਾਂ ਦੇ ਨਾਲ ਜਿਹੜੀ ਲੜਾਈ ਕਰਨੀ ਆ, ਲੜਾਈ ਕਰਕੇ ਉਹਨਾਂ ਨੂੰ ਬਸ ਕਰਨਾ, ਇਹ ਸਾਰੀ ਜਿਹੜੀ ਖੇਡ ਹੈਗੀ ਇਹਨੂੰ ਬੰਦ ਕਰ ਦੇ। ਜਦ ਕਹਿੰਦੇ ਮੇਰੇ ਪਿਤਾ ਜੀ ਨੇ ਮੈਨੂੰ ਇਹ ਗੱਲ ਆਖੀ ਅਤੇ ਫਿਰ ਬਾਘ ਸਵਾਮੀ ਜੀ ਕਹਿੰਦੇ ਮੈਂ ਆਪਣੇ ਪਿਤਾ ਜੀ ਨੂੰ ਹੌਸਲਾ ਦਿੰਦਾ ਇੰਨੀ ਗੱਲ ਕਹੀ ਆ ਕਿ ਅਸਲ ਦੇ ਵਿੱਚ ਕੀ ਆ ਕਿ ਜਿਹੜੇ ਬਾਘ ਆ ਨਾ ਉਹ ਮੇਰੇ ਜੀਵਨ ਲਈ ਖਤਰਾ ਨਹੀਂ ਆ। ਕਿਉਂ? ਮੈਂ ਬਾਘਾਂ ਦਾ ਹਥਿਆਰਾ ਨਹੀਂ ਆ, ਮੈਂ ਤਾਂ ਸਮਾਂ ਬਾਘਾਂ ਨੂੰ ਟ੍ਰੇਨਿੰਗ ਦੇ ਕੇ ਉਹਨਾਂ ਨੂੰ ਠੀਕ ਵਿਹਾਰ ਸਿਖਾਉਣ ਦੀ ਜਿਹੜੀ ਕਲਾ ਹੈਗੀ ਆ ਉਹ ਸਿਖਾ ਰਿਹਾ ਹੈਗਾ। ਜਦ ਕਹਿੰਦੇ ਮੈਂ ਇੰਨੀ ਗੱਲ ਕਹੀ ਤਾਂ ਮੇਰੇ ਪਿਤਾ ਜੀ ਨੇ ਜਿਹੜੀ ਅੰਦਰਲੀ ਗੱਲ ਸੀ ਮੇਰੇ ਸਾਹਮਣੇ ਸਪਸ਼ਟ ਕਰ ਦਿੱਤੀ। ਉਹ ਕਹਿਣ ਲੱਗੇ, ਕਹਿੰਦੇ ਕਾਕਾ ਤੂੰ ਇਹ ਨਹੀਂ ਜਾਣਦਾ ਹੈਗਾ, ਕਹਿੰਦੇ ਕੱਲ੍ਹ ਮੈਂ ਬਰਾਂਡੇ 'ਚ ਜਦ ਧਿਆਨ ਦੇ ਵਿੱਚ ਬੈਠਾ ਸੀਗਾ ਰੱਬ ਦੇ, ਉਸ ਟਾਈਮ ਕਹਿੰਦੇ ਇੱਕ ਮਹਾਤਮਾ ਮੇਰੇ ਪਾਸ ਆਏ। ਉਹਨਾਂ ਨੇ ਆ ਕੇ ਕਹਿੰਦੇ ਜਿਹੜੀ ਸੀਗੀ ਇਹ ਭਵਿੱਖਬਾਣੀ ਕੀਤੀ ਮੈਨੂੰ, ਅਤੇ ਮੈਨੂੰ ਕਹਿਣ ਲੱਗੇ ਕਿ ਆਪਣੇ ਪੁੱਤਰ ਨੂੰ ਕਹੋ ਵੀ ਇਹ ਜਿਹੜੀ ਲੜਾਈ ਤੂੰ ਬਾਘਾਂ ਦੇ ਨਾਲ ਲੜਦਾ ਹੈਗਾ ਇਹਨੂੰ ਬੰਦ ਕਰ ਦੇ, ਕਿਉਂਕਿ ਅਗਰ ਤੂੰ ਬਾਘਾਂ ਦੇ ਨਾਲ ਲੜਾਈ ਕੀਤੀ ਅਗਲੀ ਲੜਾਈ ਤੇਰੀ ਘਾਤਕ ਐਡੀ ਸਿੱਧ ਹੋਊਗੀ ਕਿ ਤੂੰ 6 ਮਹੀਨੇ ਜ਼ਿੰਦਗੀ ਅਤੇ ਮੌਤ ਦੇ ਨਾਲ ਬਿਸਤਰੇ 'ਤੇ ਘੋਲ ਕਰਦਾ ਰਹੂੰਗਾ। ਇਸ ਕਰਕੇ ਕਹਿੰਦੇ ਵੀ ਤੂੰ ਅੱਗੇ ਤੋਂ ਕੋਈ ਵੀ ਚੈਲੰਜ ਕਬੂਲ ਨਹੀਂ ਕਰਨਾ, ਅਤੇ ਅਗਰ ਤੂੰ ਕਬੂਲ ਕੀਤਾ 6 ਮਹੀਨੇ ਤੇਰੇ ਜਿਹੜੇ ਜ਼ਖਮ ਆ ਉਹਨਾਂ ਨੂੰ ਆਰਾਮ ਨਹੀਂ ਆਉਣਾ, ਹੌਲੀ ਹੌਲੀ ਤੇਰੇ ਜ਼ਖਮ ਭਰਨਗੇ। ਫਿਰ ਇਸ ਤੋਂ ਬਾਅਦ ਫਿਰ ਤੇਰਾ ਜਿਹੜਾ ਮਨ ਆ ਬਾਘਾਂ ਦੀ ਲੜਾਈ ਤੋਂ ਪੂਰੀ ਤਰ੍ਹਾਂ ਚਾਟ ਹੋ ਜਾਊਗਾ। ਉਸ ਤੋਂ ਬਾਅਦ ਫਿਰ ਤੂੰ ਸਮਾਂ ਪਾ ਕੇ ਸੰਨਿਆਸੀ ਹੋ ਜਾਊਗਾ। ਜਦ ਇਹਦੇ ਪਿਤਾ ਜੀ ਨੇ ਕਹਿੰਦੇ ਇਹ ਗੱਲ ਕਹੀ ਸੀ ਅਤੇ ਕਹਿੰਦੇ ਫਿਰ ਮੈਂ ਆਪਣੇ ਪਿਤਾ ਜੀ ਦੀ ਇਹ ਗੱਲ 'ਤੇ ਯਕੀਨ ਨਹੀਂ ਕੀਤਾ। ਮੈਂ ਮਨ 'ਚ ਆਖਿਆ ਕਿ ਮੇਰੇ ਪਿਤਾ ਜੀ ਜਿਹੜੇ ਹਨ ਇਹ ਅੰਧ ਵਿਸ਼ਵਾਸੀ ਹੋ ਗਏ ਆ, ਕਿਸੇ ਨੇ ਮੇਰੇ ਪਿਤਾ ਜੀ ਨੂੰ ਗਲਤ ਰਾਏ ਦੇ ਦਿੱਤੀ ਆ। ਕਹਿੰਦੇ ਪਰ ਮੈਂ ਆਪਣੇ ਪਿਤਾ ਜੀ ਦਾ ਸਤਿਕਾਰ ਕਰਦਾ ਹੋਇਆ ਉਹਨਾਂ ਨੂੰ ਕੋਈ ਜਵਾਬ ਨਹੀਂ ਦਿੱਤਾ ਸੀਗਾ। ਇੱਕ ਵਾਰ ਕਹਿੰਦੇ ਕੀ ਹੋਇਆ, ਮੈਂ ਆਪਣੀ ਮੌਜ ਦੇ ਵਿੱਚ ਇੱਕ ਜਗ੍ਹਾ ਚਲੇ ਗਿਆ। ਇਹ ਜਿਹੜੀ ਜਗ੍ਹਾ ਹੈਗੀ ਆ ਇਹ ਬਿਹਾਰ ਦੇ ਇਲਾਕੇ ਦੇ ਵਿੱਚ ਪੈਂਦੀ ਆ। ਜਦ ਕਹਿੰਦੇ ਵੀ ਮੈਂ ਬਿਹਾਰ ਦੇ ਇਲਾਕੇ ਦੀ ਉਸ ਜਗ੍ਹਾ ਦੇ ਵਿੱਚ ਗਿਆ ਹੈਗਾ ਜਿਸ ਜਗ੍ਹਾ ਨੂੰ ਕੂਚ ਬਿਹਾਰ ਆਖਦੇ ਆ। ਅਤੇ ਕਹਿੰਦੇ ਉੱਥੇ ਮੈਨੂੰ ਦੇਖਦੇ ਸਾਰੀ ਲੋਕਾਂ ਦੀ ਜਿਹੜੀ ਭੀੜ ਸੀ ਯਕਦਮ ਮੇਰੇ ਪਿੱਛੇ ਲੱਗ ਗਈ, ਅਤੇ ਭੀੜ ਦੇ ਵਿੱਚੋਂ ਕਹਿੰਦੇ ਇਹ ਆਵਾਜ਼ਾਂ ਮੈਨੂੰ ਸੁਣਾਈ ਦਿੱਤੀਆਂ ਵੀ ਇਹ ਉਹੀ ਆਦਮੀ ਆ ਜਿਹੜਾ ਜੰਗਲੀ ਬਾਘਾਂ ਦੇ ਨਾਲ ਲੜਦਾ ਹੈਗਾ। ਅਤੇ ਫਿਰ ਕਹਿੰਦੇ ਭੀੜ ਦੇ ਵਿੱਚੋਂ ਇਹ ਜਿਹੜੇ ਜੋ ਬੱਚਿਆਂ ਦੀ ਉੱਚੀ ਉੱਚੀ ਆਵਾਜ਼ਾਂ ਆਉਣ ਲੱਗੀਆਂ, ਦੇਖੋ ਇਹਦੀਆਂ ਲੱਤਾਂ ਇਸ ਤਰ੍ਹਾਂ ਜਿਵੇਂ ਦਰੱਖਤ ਦੇ ਤਣੇ ਹੋਣ। ਕਹਿੰਦੇ ਉਸ ਤੋਂ ਬਾਅਦ ਉਹਨਾਂ ਨੇ ਇਹ ਆਖਿਆ ਵੀ ਇਸ ਦਾ ਆਦਮੀ ਦਾ ਚਿਹਰਾ ਇਸ ਤਰ੍ਹਾਂ ਦਾ ਹੈਗਾ ਜਿਵੇਂ ਇਹ ਬਾਘਾਂ ਦੇ ਰਾਜੇ ਦਾ ਕੋਈ ਅਵਤਾਰ ਹੋਵੇ। ਕਹਿੰਦੇ ਜਦੋਂ ਭੀੜ 'ਚ ਇਸ ਤਰ੍ਹਾਂ ਦੀਆਂ ਗੱਲਾਂ ਹੋਈਆਂ, ਕਹਿੰਦੇ ਵੀ ਮੈਂ ਚੁੱਪ ਕਰਕੇ ਤੁਰਿਆ ਗਿਆ।
ਪਰ ਉਸ ਸ਼ਹਿਰ ਦੇ ਵਿੱਚ ਪੂਰੇ 'ਚ ਖਲਬਲੀ ਮਚ ਗਈ ਵੀ ਇੱਥੇ ਬਾਘਾਂ ਦੇ ਲੜਨ ਵਾਲਾ ਇੱਕ ਜਿਹੜਾ ਬਾਘ ਸਵਾਮੀ ਆ ਸਾਡੇ ਸ਼ਹਿਰ 'ਚ ਪਹੁੰਚ ਗਿਆ। ਕਹਿੰਦੇ ਗੱਲ ਕੀ ਹੈ, ਜਦੋਂ ਮੈਂ ਆਪਣੇ ਕਮਰੇ 'ਚ ਲੰਮਾ ਪਿਆ, ਇਹਦੀ ਜਿਹੜੀ ਸੀਗੀ ਪੂਰੇ ਸ਼ਹਿਰ ਦੇ ਵਿੱਚ ਖਲਬਲੀ ਮਚੀ ਆ। ਉੱਥੇ ਦਾ ਜਿਹੜਾ ਰਾਜਾ ਸੀਗਾ ਉਹਨੂੰ ਵੀ ਪਤਾ ਲੱਗ ਗਿਆ। ਉਸ ਰਾਜੇ ਨੇ ਕੀ ਕੀਤਾ ਕਿ ਇੱਕ ਨਾ ਸਿਪਾਹੀਆਂ ਦੀ ਜਿਹੜੀ ਟੋਲੀ ਸੀਗੀ ਇਹਨੇ ਮੇਰੇ ਪਾਸ ਭੇਜਤੀ। ਜਦ ਕਹਿੰਦੇ ਉਹ ਸਿਪਾਹੀ ਜਿਹੜੇ ਉੱਚੇ ਲੰਮੇ ਪਗੜੀ ਧਾਰੀ ਮੇਰੇ ਕਮਰੇ 'ਚ ਅਚਨਚੇਤ ਆਏ ਅਤੇ ਬਾਘ ਸਵਾਮੀ ਜੀ ਕਹਿੰਦੇ ਮੈਂ ਹੈਰਾਨ ਹੋ ਗਿਆ ਵੀ ਕੀ ਗੱਲ ਹੋ ਗਈ, ਇੰਨੀ ਪੁਲਿਸ ਕਾਹਤੇ ਮੇਰੇ ਪਾਸ ਆ ਗਈ। ਪਰ ਕਹਿੰਦੇ ਉਹਨਾਂ ਨੇ ਆ ਕੇ ਬੜੇ ਪ੍ਰੇਮ ਦੇ ਨਾਲ ਕਹਿੰਦੇ ਮੈਨੂੰ ਨਮਸਕਾਰ ਕੀਤੀ ਅਤੇ ਨਾਲੇ ਮੈਨੂੰ ਕਹਿੰਦੇ ਉਸ ਰਾਜੇ ਦਾ ਜਿਹੜਾ ਸੁਨੇਹਾ ਸੀਗਾ ਕੂਚ ਰਾਜੇ ਦਾ ਕਹਿੰਦੇ ਸੁਣਾਇਆ। ਕਹਿੰਦੇ ਵੀ ਸਾਡੇ ਇਸ ਕੂਚ ਰਾਜੇ ਨੇ ਆਪ ਨੂੰ ਸਾਡੇ ਸ਼ਹਿਰ ਦੇ ਵਿੱਚ ਆਉਣ ਲਈ ਜੀ ਆਇਆਂ ਆਖਿਆ ਅਤੇ ਉਹਨਾਂ ਨੇ ਇਹ ਬੇਨਤੀ ਭੇਜੀ ਆ ਕਿ ਤੁਸੀਂ ਮੈਨੂੰ ਆਪਣੇ ਮਹਿਲ ਦੇ ਵਿੱਚ ਆ ਕੇ ਜ਼ਰੂਰ ਮਿਲੋ। ਜਦ ਕਹਿੰਦੇ ਇੰਨੀ ਗੱਲ ਹੋਈ ਆ ਤਾਂ ਫਿਰ ਬਾਘ ਸਵਾਮੀ ਜੀ ਕਹਿੰਦੇ ਵੀ ਮੈਂ ਉਹਨਾਂ ਦੀ ਇਸ ਨਿਮਰਤਾ ਭਾਵ ਨੂੰ ਦੇਖ ਕੇ ਹਾਂ ਕਰ ਦਿੱਤੀ। ਅਗਲੇ ਦਿਨ ਕਹਿੰਦੇ ਉਹਨਾਂ ਨੇ ਬੜੀ ਸੁੰਦਰ ਬੱਗੀ ਲਿਆਂਦੀ ਘੋੜਿਆਂ ਵਾਲੀ, ਉਹਦੇ 'ਤੇ ਬੜੀ ਸ਼ਾਹੀ ਠਾਠ ਦੇ ਨਾਲ ਮੈਨੂੰ ਬਿਠਾ ਕੇ ਉਸ ਮਹਿਲ ਦੇ ਵਿੱਚ ਲੈ ਗਏ ਜਿੱਥੇ ਰਾਜਾ ਜਿਹੜਾ ਸੀਗਾ ਮੇਰਾ ਇੰਤਜ਼ਾਰ ਕਰ ਰਿਹਾ ਸੀ। ਜਦ ਕਹਿੰਦੇ ਅਸੀਂ ਸ਼ਾਹੀ ਮਹਿਲ ਦੇ ਵਿੱਚ ਗਏ ਹਾਂ, ਉਹ ਰਾਜਾ ਜਿਹੜਾ ਸੀ ਉਹ ਪਹਿਲਾਂ ਹੀ ਮੇਨ ਗੇਟ 'ਤੇ ਖੜ੍ਹਾ ਸੀਗਾ ਸਾਡੇ ਸਵਾਗਤ ਵਾਸਤੇ ਅਤੇ ਕਈ ਗੋਲੀਆਂ ਦਾਸੀਆਂ ਜਿਹੜੀ ਸੀ ਉਹ ਹਾਰ ਲੈ ਕੇ ਖੜ੍ਹੀਆਂ ਸੀ। ਸ਼ਾਹੀ ਸਾਡਾ ਸਨਮਾਨ ਕੀਤਾ ਗਿਆ। ਫਿਰ ਮਹਿਲ ਦੇ ਅੰਦਰ ਸਾਨੂੰ ਕਹਿੰਦੇ ਜਦ ਲੈ ਕੇ ਗਏ ਆ ਅਤੇ ਜਿਹੜਾ ਰਾਜੇ ਦਾ ਆਪਣਾ ਸੋਨੇ ਦਾ ਤਖਤ ਸੀਗਾ ਉਸ ਸੋਨੇ ਦੇ ਤਖਤ 'ਤੇ ਰਾਜੇ ਨੇ ਕਹਿੰਦੇ ਮੈਨੂੰ ਆਪਣੇ ਸਵਾਗਤ ਵਾਸਤੇ ਮੈਨੂੰ ਸੋਨੇ ਦੇ ਤਖਤ 'ਤੇ ਬਿਠਾ ਦਿੱਤਾ ਅਤੇ ਆਪ ਇੱਕ ਸਧਾਰਨ ਕੁਰਸੀ ਲੈ ਕੇ ਕਹਿੰਦੇ ਮੇਰੇ ਸਾਹਮਣੇ ਬੈਠ ਗਿਆ। ਪਰ ਬਾਘ ਸਵਾਮੀ ਜੀ ਕਹਿੰਦੇ ਕਿ ਮੈਂ ਇਹੋ ਜਿਹਾ ਸ਼ਾਹੀ ਸਵਾਗਤ ਦੇਖ ਕੇ ਮਨ ਦੇ ਵਿੱਚ ਇਹ ਸੋਚ ਰਿਹਾ ਸੀਗਾ ਵੀ ਜ਼ਰੂਰ ਕੋਈ ਐਸੀ ਗੱਲ ਹੈਗੀ ਹੈ ਜਿਹੜਾ ਮੇਰਾ ਇੰਨਾ ਸਵਾਗਤ ਕੀਤਾ ਜਾ ਰਿਹਾ, ਇਹਦੇ ਪਿੱਛੇ ਕੋਈ ਨਾ ਕੋਈ ਜ਼ਰੂਰ ਭੇਤ ਆ, ਕੋਈ ਰਾਜ ਹੈਗਾ। ਕਹਿੰਦੇ ਕੁਛ ਚਿਰ ਉਸ ਰਾਜੇ ਨੇ ਜਿਹੜੇ ਸੀਗੀਆਂ ਮੇਰੀ ਸਿਫਤ ਦੇ ਵਿੱਚ ਕੁਛ ਗੱਲਾਂ ਕੀਤੀਆਂ। ਉਸ ਤੋਂ ਬਾਅਦ ਕਹਿੰਦੇ ਜਿਹੜੀ ਅਸਲੀ ਗੱਲ ਸੀ ਉਹਨੇ ਕਹਿਣੀ ਸੀ ਕਹਿੰਦੇ ਮੇਰੇ ਸਾਹਮਣੇ ਇਹ ਕਹਿਤੀ। ਉਹ ਕਹਿਣ ਲੱਗਾ ਵੀ ਮੈਂ ਸੁਣਿਆ ਹੈਗਾ ਵੀ ਤੁਸੀਂ ਹੈ ਨਾ ਆਪਣੇ ਖਾਲੀ ਸਖਣੇ ਹੱਥਾਂ ਦੇ ਨਾਲ ਜੰਗਲ ਦੇ ਜਿੰਨੇ ਭਿਆਨਕ ਬਾਘ ਹੈਗੇ ਉਹਨਾਂ ਦੇ ਨਾਲ ਲੜਾਈ ਕਰਕੇ ਉਹਨਾਂ ਨੂੰ ਬੜੀ ਆਸਾਨੀ ਨਾਲ ਚਿੱਤ ਕਰ ਦਿੰਦੇ ਆ, ਹਰਾ ਦਿੰਦੇ ਆ। ਕੀ ਇਹ ਗੱਲ ਬਿਲਕੁਲ ਸਹੀ ਆ? ਕਹਿੰਦੇ ਜਦੋਂ ਰਾਜੇ ਨੇ ਮੈਨੂੰ ਇੰਨੀ ਗੱਲ ਕਹੀ ਤਾਂ ਬਾਘ ਸਵਾਮੀ ਜੀ ਕਹਿੰਦੇ ਮੈਂ ਕਿਹਾ ਵੀ ਹਾਂ ਇਹ ਬਿਲਕੁਲ ਗੱਲ ਸੱਚ ਆ। ਪਰ ਰਾਜਾ ਜਿਹੜਾ ਸੀ ਬੜਾ ਚੁਸਤ ਸੀ। ਕਹਿੰਦੇ ਚੁਸਤੀ 'ਚ ਅਗਲੀ ਗੱਲ ਮੈਨੂੰ ਕਹੀ। ਉਹ ਕਹਿਣ ਲੱਗਾ ਕਿ ਮੈਨੂੰ ਤੈਨੂੰ ਦੇਖ ਕੇ ਤਾਂ ਇਹ ਲੱਗਦਾ ਹੈਗਾ ਵੀ ਜਿਵੇਂ ਤੂੰ ਹੈ ਨਾ ਚਿੱਟੇ ਚਾਵਲਾਂ 'ਤੇ ਪੜਨ ਵਾਲਾ ਕੇਵਲ ਤਾਂ ਕੇਵਲ ਇੱਕ ਬੰਗਾਲੀ ਬਾਬੂ ਹੈਗਾ ਅਤੇ ਅਗਰ ਤੂੰ ਯੁੱਧ ਵੀ ਕਿਸੇ ਨਾਲ ਕੀਤਾ ਹੋ ਬਾਘਾਂ ਨੂੰ ਵੱਸ ਵਿੱਚ ਕੀਤਾ ਹੋਊਗਾ, ਉਹ ਜੰਗਲ ਦੇ ਭਿਆਨਕ ਬਾਘ ਨਹੀਂ ਹੋ ਸਕਦੇ। ਹਾਂ ਇੰਨਾ ਹੋ ਸਕਦਾ ਵੀ ਉਹ ਸਰਕਸ ਦੇ ਜਿਹੜੇ ਅਫੀਮੀ ਆ ਅਤੇ ਜਾਂ ਜਿਹੜੇ ਲਾਚਾਰ ਬਾਘ ਆ ਸਰਕਸ ਦੇ ਉਹਨਾਂ ਨੂੰ ਲੈ ਕੇ ਲੋਕਾਂ ਦੇ ਸਾਹਮਣੇ ਇਹ ਯੁੱਧ ਕਰਦਾ ਰਿਹਾ ਹੋਵੇ। ਪਰ ਕਹਿੰਦੇ ਫਿਰ ਮੈਂ ਕੁਛ ਨਹੀਂ ਬੋਲਿਆ। ਪਰ ਉਸ ਤੋਂ ਬਾਅਦ ਉਹ ਰਾਜਾ ਕਹਿਣ ਲੱਗਾ ਕਹਿੰਦਾ ਵੀ ਅਗਰ ਤੁਸੀਂ ਸੱਚਮੁੱਚ ਹੀ ਜੰਗਲੀ ਜਾਨਵਰ ਬਾਘਾਂ ਦੇ ਨਾਲ ਲੜਾਈ ਕਰਕੇ ਇਹ ਜਿੱਤ ਪ੍ਰਾਪਤ ਕਰ ਲੈਂਦੇ ਆ, ਮੈਂ ਤੁਹਾਡੇ ਨੂੰ ਇਸ ਗੱਲ ਦਾ ਯਕੀਨ ਦਿਵਾਉਣਾ ਕਿ ਮੇਰੇ ਪਾਸ ਇੱਕ ਬਾਘ ਹੈਗਾ। ਅਗਰ ਤੁਸੀਂ ਉਸ ਬਾਘ ਨੂੰ ਹਰਾ ਦੋਗੇ ਤਾਂ ਮੈਂ ਤੁਹਾਨੂੰ ਮੂੰਹ ਮੰਗਿਆ ਇਨਾਮ ਦਊਂਗਾ। ਜਦ ਕਹਿੰਦੇ ਕੂਚ ਬਿਹਾਰ ਦੇ ਰਾਜੇ ਨੇ ਮੈਨੂੰ ਇਹ ਗੱਲ ਕਹੀ ਸੀ। ਫਿਰ ਕਹਿੰਦੇ ਵੀ ਉਹਨੇ ਦੂਸਰੀ ਗੱਲ ਇਹ ਆਖੀ ਆ ਕਿ ਪਰ ਉਹਨੂੰ ਹਰਾਉਣ ਦੇ ਵਿੱਚ ਮੇਰੀਆਂ 3 ਸ਼ਰਤਾਂ ਹੈਗੀਆਂ। ਪਹਿਲੇ ਕਹਿੰਦੇ ਸ਼ਰਤ ਕੀ ਆ ਵੀ ਤੁਸੀਂ ਬਾਘ ਨੂੰ ਮੂਰਛਤ ਕਰਨਾ, ਬੇਹੋਸ਼ ਕਰਨਾ। ਦੂਸਰੇ ਸੀਗੇ ਵੀ ਤੁਸੀਂ ਉਸ ਬਾਘ ਨੂੰ ਬੇਹੋਸ਼ ਕਰਕੇ ਫਿਰ ਸੰਗਲੀ ਨਾ ਬੰਨ੍ਹਣਾ। ਤੀਸਰੀ ਗੱਲ ਇਹ ਹੈ ਕਿ ਜਦੋਂ ਤੁਸੀਂ ਪਿੰਜਰੇ 'ਚੋਂ ਬਾਘ ਦੇ ਬਾਹਰ ਨਿਕਲਣਾ ਉਸ ਟਾਈਮ ਕਿਸੇ ਦਾ ਸਹਾਰਾ ਨਹੀਂ ਲੈਣਾ, ਆਪਣੇ ਸਹਾਰੇ ਬਾਹਰ ਆਉਣਾ ਹੈ। ਇਹਨੇ ਇਹ ਗੱਲ ਆਖੀ ਸੀ। ਤਾਂ ਫਿਰ ਉਸ ਰਾਜੇ ਨੇ ਕਿਹਾ ਸੀਗਾ ਕਿ ਅਗਰ ਤੈਨੂੰ ਇਹ 3 ਸ਼ਰਤਾਂ ਦੇ ਵਿੱਚ ਤੈਨੂੰ ਪੂਰਾ ਕਾਮਯਾਬੀ ਮਿਲ ਗਈ ਜਾਂ ਤੂੰ ਮੇਰੀਆਂ 3 ਸ਼ਰਤਾਂ ਪੂਰੀਆਂ ਕਰ ਲਈਆਂ ਫਿਰ ਮੈਂ ਤੈਨੂੰ ਸੋਨੇ ਦੇ ਸਿੱਕਿਆਂ ਦੇ ਨਾਲ ਤੋਲ ਦਊਂਗਾ। ਦੂਸਰਾ ਤੈਨੂੰ ਮੇਰੇ ਰਾਜ ਦੇ ਵਿੱਚ ਬਹੁਤ ਵੱਡੇ ਵੱਡੇ ਤੋਹਫੇ ਵੀ ਮਿਲਣਗੇ। ਤੀਸਰਾ ਜਿਹੜਾ ਬਾਘ ਆ ਜਿਹਨੂੰ ਤੂੰ ਹਰਾਇਆ ਉਹ ਬਾਘ ਵੀ ਤੈਨੂੰ ਇਨਾਮ 'ਚ ਦੇ ਦਿੱਤਾ ਜਾਊਗਾ। ਕਹਿੰਦੇ ਜਦੋਂ ਰਾਜੇ ਨੇ ਇਹ ਗੱਲ ਕਹੀ ਸੀ ਤੇ ਕਹਿੰਦੇ ਫਿਰ ਅਸੀਂ ਕੋਈ ਜਵਾਬ ਨਹੀਂ ਦਿੱਤਾ। ਪਰ ਰਾਜੇ ਨੇ ਮੇਰੀ ਚੁੱਪੀ ਦੇਖ ਕੇ ਇਹ ਗੱਲ ਕਹੀ ਕਿ ਅਗਰ ਤੁਹਾਨੂੰ ਇਹ ਮੇਰੀਆਂ 3 ਸ਼ਰਤਾਂ ਮਨਜ਼ੂਰ ਨੇ ਤਾਂ ਮੈਂ ਆਪਣੇ ਰਾਜ ਦੇ ਪਿੰਡਾਂ ਦੇ ਵਿੱਚ ਇਹ ਢੰਡੋਰੀ ਫਰਾ ਦੂੰਗਾ ਵੀ ਤੂੰ ਬਾਘਾਂ ਦੇ ਨਾਲ ਲੜਦਾ ਨਹੀਂ, ਤੇਰਾ ਸਾਰੀ ਜਿਹੜੀ ਪ੍ਰਸਿੱਧੀ ਆ ਝੂਠ ਵਾ, ਕੂੜ ਵਾ, ਬਸ ਇਹ ਝੂਠ ਅਤੇ ਕੂੜ ਦੀ ਦੁਕਾਨ ਆ। ਅਸਲ ਦੇ ਵਿੱਚ ਤੇਰੇ ਪਾਸ ਕੋਈ ਤਾਕਤ ਨਹੀਂ ਆ ਕਿ ਤੂੰ ਜੰਗਲੀ ਭਿਆਨਕ ਬਾਘਾਂ ਨੂੰ ਹਰਾ ਕੇ ਉਹਨਾਂ ਉੱਤੇ ਜਿੱਤ ਪ੍ਰਾਪਤ ਕਰ ਲੈਣਾ। ਜਦ ਇੰਨੀ ਗੱਲ ਹੋਈ ਤਾਂ ਬਾਘ ਸਵਾਮੀ ਜੀ ਕਹਿੰਦੇ ਵੀ ਮੇਰੇ ਅੰਦਰ ਇਹ ਗਾੜੀ ਗੱਲ ਸੀ ਗੋਲੀ ਵਾਂਗੂ ਲੱਗੀ। ਅਤੇ ਮੈਂ ਕਹਿੰਦੇ ਰਾਜੇ ਨੂੰ ਆਖਿਆ, ਮੈਂ ਕਿਹਾ ਅਗਰ ਤੇਰੇ ਮਨ ਦੀ ਇੱਛਾ ਹੀ ਆ ਤਾਂ ਠੀਕ ਆ, ਮੈਨੂੰ ਤੇਰੀਆਂ ਸ਼ਰਤਾਂ ਮਨਜ਼ੂਰ ਆ ਅਤੇ ਮੈਨੂੰ ਬਾਘ ਦਿਖਾ ਵੀ ਕਿਸ ਬਾਘ ਨਾਲ ਤੂੰ ਲੜਨਾ ਹੈ। ਅਤੇ ਕਹਿੰਦੇ ਰਾਜਾ ਮੁਸਕਰਾ ਪਿਆ। ਮੁਸਕਰਾ ਕੇ ਕਹਿਣ ਲੱਗਾ ਕਿ ਬਾਘ ਤਾਂ ਮੈਂ ਤੈਨੂੰ ਕਦੀ ਦਿਖਾ ਨਹੀਂ ਸਕਦਾ, ਪਰ ਹਾਂ ਮੈਂ ਤੈਨੂੰ ਇੰਨਾ ਜ਼ਰੂਰ ਦੱਸ ਸਕਦਾ ਕਿ ਇੱਕ ਮੈਂ ਤਾਜ਼ਾ ਇਹ ਜਿਹੜਾ ਬਾਘ ਕਾਬੂ ਕੀਤਾ ਹੈ ਜਿਸ ਬਾਘ ਦਾ ਨਾਂ ਹੈ ਰਾਜਾ ਬੇਗਮ। ਅਗਰ ਤੂੰ ਰਾਜਾ ਬੇਗਮ ਨੂੰ ਹਰਾ ਕੇ ਜਿੱਤ ਪ੍ਰਾਪਤ ਕਰ ਲਊਂਗਾ ਹੈ ਨਾ ਅਤੇ ਤੈਨੂੰ ਮੈਂ ਮਾਲੋ ਮਾਲ ਕਰਦਾ। ਜਦੋਂ ਕਹਿੰਦੇ ਇੰਨੀ ਗੱਲ ਹੋਈ ਤਾਂ ਕਹਿੰਦੇ ਮੈਨੂੰ ਪਤਾ ਸੀਗਾ ਕਿ ਜਿਹੜਾ ਰਾਜਾ ਬੇਗਮ ਨਾਂ ਦਾ ਬਾਘ ਹੈਗਾ
ਇਹ ਅੱਧਾ ਰਾਜਾ ਹੁੰਦਾ, ਅੱਧਾ ਇਹਦੇ ਵਿੱਚ ਇਸਤਰੀ ਭਾਵ ਹੁੰਦਾ ਹੈਗਾ। ਇਹ ਜਿਹੜਾ ਬਾਘ ਆ ਬਹੁਤ ਤਾਕਤਵਰ ਹੁੰਦਾ, ਬੜਾ ਭਿਆਨਕ ਹੁੰਦਾ। ਪਰ ਰਾਜੇ ਨੇ ਤਾਂ ਨਹੀਂ ਮੈਨੂੰ ਦਿਖਾਇਆ। ਉਹਦੇ ਮਨ 'ਚ ਇਹ ਸ਼ੰਕਾ ਸੀਗੀ ਵੀ ਕਿਤੇ ਮੇਰੇ ਬਾਘ ਨੂੰ ਇਹ ਫੀਮ ਨਾ ਦੇ ਦੇਵੇ ਜਾਂ ਕਿਤੇ ਮੇਰੇ ਬਾਘ ਨੂੰ ਇਹ ਸਮੋਹਕ ਨਾ ਕਰ ਦੇਵੇ। ਇਸੇ ਕਰਕੇ ਉਹਨੇ ਕਿਹਾ ਸੀਗਾ ਵੀ ਬਾਘ ਤੈਨੂੰ ਉਦੋਂ ਹੀ ਦਿਖਾਇਆ ਜਾਊਗਾ ਜਦੋਂ ਤੇਰਾ ਬਾਘ ਦੇ ਨਾਲ ਜੰਗ ਹੋਊਗਾ। ਉਹ ਜੰਗ ਵੀ ਹੋਊਗਾ ਖੁੱਲ੍ਹੇ ਸਟੇਡੀਅਮ ਦੇ ਵਿੱਚ, ਲੱਖਾਂ ਲੋਕੀ ਇਹ ਦੇਖਣਗੇ, ਫਿਰ ਮੈਨੂੰ ਪੱਕਾ ਯਕੀਨ ਹੋਊਗਾ ਵੀ ਤੂੰ ਇਸ ਤਰ੍ਹਾਂ ਕੀਤੀ ਆ। ਜਦ ਕਹਿੰਦੇ ਇਹ ਗੱਲ ਹੋਈ ਸੀ ਤਾਂ ਕਹਿੰਦੇ ਮੈਂ ਕਿਹਾ ਜਿਵੇਂ ਤੇਰੀ ਮਰਜ਼ੀ ਆ। ਕਹਿੰਦੇ ਕਹਿ ਕੇ ਬਾਘ ਸਵਾਮੀ ਜੀ ਕਹਿੰਦੇ ਅਸੀਂ ਬਾਹਰ ਆਏ। ਜਦ ਬਾਹਰ ਆਏ ਤਾਂ ਰਾਜੇ ਨੇ ਸਾਨੂੰ ਕਿਹਾ ਵੀ ਤੈਨੂੰ 1 ਹਫ਼ਤੇ ਬਾਅਦ ਜਿਹੜਾ ਹੈਗਾ ਟਾਈਮ ਮਿਲੂਗਾ, 1 ਹਫ਼ਤੇ ਵਿੱਚ ਤੂੰ ਤਿਆਰੀ ਕਰ ਲਾ। ਅਤੇ ਇਹ ਕਹਿ ਕੇ ਕਹਿੰਦੇ ਅਸੀਂ ਜਦ ਬਾਹਰ ਆਏ ਹਾਂ ਅਤੇ ਆਪਣੇ ਕਮਰੇ 'ਚ ਆ ਗਏ। ਪਰ ਰਾਜੇ ਨੇ ਦੂਸਰੇ ਦਿਨ ਆਪਣੇ ਰਾਤ ਦੇ ਵਿੱਚ ਢੰਡੋਰੀ ਫਰਾਤੀ। ਢੰਡੋਰੀ ਫਰਾ ਕੇ ਕਹਿ ਦਿੱਤਾ ਵੀ ਇੰਨੀ ਤਰੀਕ ਨੂੰ ਮੁਕਾਬਲਾ ਹੋਣਾ ਬਾਘ ਸਵਾਮੀ ਦਾ ਅਤੇ ਮੇਰੇ ਬਾਘ ਰਾਜਾ ਬੇਗਮ ਦਾ, ਅਤੇ ਜਿਨ੍ਹਾਂ ਨੇ ਦੇਖਣਾ ਉਹ ਸਮੇਂ ਦੇ ਨਾਲ ਆਪਣੀਆਂ ਟਿਕਟਾਂ ਲੈ ਲੈਣ। ਕਹਿੰਦੇ ਕਰਦੇ ਕਰਦੇ ਜਿਹੜੀ ਸਭ ਟਿਕਟਾਂ ਵਿਕਣੀਆਂ ਸ਼ੁਰੂ ਹੋ ਗਈਆਂ ਅਤੇ ਇਸ ਲੜਾਈ ਨੂੰ ਦੇਖਣ ਵਾਸਤੇ ਲੱਖਾਂ ਦੀ ਭੀੜ ਜੁੜੀ। ਪਰ ਉਹਦੇ ਵਿੱਚ ਕਈ ਤਰ੍ਹਾਂ ਦੀਆਂ ਅਫਵਾਹਾਂ ਵੀ ਜਿਹੜੀਆਂ ਸੀਗੀਆਂ ਇਹ ਵੀ ਕਹਿੰਦੇ ਆਈਆਂ। ਕਈਆਂ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਕਿ ਇਹ ਜਿਹੜਾ ਰਾਜਾ ਬੇਗਮ ਬਾਘ ਹੈਗਾ ਬੜੀ ਦੁਸ਼ਟ ਆਤਮਾ ਹੈਗੀ ਆ। ਇਹ ਦੇਵਤਿਆਂ ਨੇ ਸਰਾਪ ਕਰਕੇ ਕਿਸੇ ਦੁਸ਼ਟ ਆਤਮਾ ਨੂੰ ਸਰਾਪ ਦੇ ਕੇ ਰਾਜਾ ਬੇਗਮ ਟਾਈਗਰ ਦਾ ਜਿਹੜਾ ਨਾਂ ਹੈਗਾ ਉਸ ਦਾ ਰੂਪ ਬਣਾ ਕੇ ਇਸ ਬਾਘ ਸਵਾਮੀ ਨੂੰ ਹਾਰਨ ਵਾਸਤੇ ਭੇਜਿਆ ਹੈਗਾ। ਕਹਿੰਦੇ ਜਿੰਨੇ ਮੂਲੀਆਂ ਗੱਲਾਂ ਹੋਈਆਂ, ਪਰ ਗੱਲ ਉੱਥੇ ਆ ਗਈ ਕਿ ਜਿੱਦਣ ਇਹ ਜਿਹੜਾ ਜੰਗ ਸੀ ਹੋਣਾ ਸੀਗਾ, ਇੱਕ ਬੜਾ ਭਾਰੀ ਖੁੱਲ੍ਹੀ ਜਗ੍ਹਾ ਮੈਦਾਨ ਸੀਗਾ, ਅਤੇ ਬਾਘ ਸਵਾਮੀ ਜੀ ਕਹਿੰਦੇ ਕਿ ਜਦੋਂ ਅਸੀਂ ਗਏ ਅਸੀਂ ਕੀ ਦੇਖਿਆ ਕਿ ਜਗ੍ਹਾ ਜਿਹੜੀ ਸੀ ਉਹ ਘੱਟ ਸੀ, ਲੇਕਿਨ ਇਕੱਠ ਬਹੁਤ ਜ਼ਿਆਦਾ ਸੀ। ਕਈ ਲੋਕਾਂ ਨੂੰ ਟਿਕਟਾਂ ਨਹੀਂ ਮਿਲੀਆਂ, ਕਈ ਲੋਕ ਨਾਰਾਜ਼ ਹੋ ਕੇ ਚੱਲ ਗਏ। ਪਰ ਕਈਆਂ ਨੇ ਜਬਰੀ ਜਿਹੜਾ ਸੀਗਾ ਉਸ ਸਟੇਡੀਅਮ ਦੇ ਅੰਦਰ ਜਾ ਕੇ ਕਹਿੰਦੇ ਇੱਕ ਪਾਸਾ ਤੋੜ ਕੇ ਉੱਥੇ ਜਬਰੀ ਜਿੱਥੇ ਵੀ ਕਿਸੇ ਨੂੰ ਜਗ੍ਹਾ ਮਿਲੀ ਉੱਥੇ ਖੜ੍ਹ ਗਏ। ਖੈਰ ਬਾਘ ਸਵਾਮੀ ਜੀ ਕਹਿੰਦੇ ਵੀ ਅਸੀਂ ਇੱਕ ਚੀਜ਼ ਦੇਖੀ ਆ ਕਿ ਜਿਹੜਾ ਇਹ ਬਾਘ ਰਾਜਾ ਬੇਗਮ ਸੀਗਾ ਇਸ ਨੂੰ ਬਿਲਕੁਲ ਇੱਕ ਪਿੰਜਰੇ ਦੇ ਵਿੱਚ ਬੰਦ ਕਰਕੇ ਉੱਤੇ ਚਾਦਰ ਦੇ ਕੇ ਉਸ ਮੈਦਾਨ ਦੇ ਬਿਲਕੁਲ ਸੈਂਟਰ 'ਚ ਰੱਖਿਆ ਸੀਗਾ। ਇੱਕ ਪਿੰਜਰਾ ਉਹਦੇ ਬਾਹਰ ਕਬਰ ਵਾਸਤੇ ਲਿਆਂਦਾ ਸੀਗਾ ਜਿਹੜਾ ਮੋਟੀਆਂ ਸਿੱਖਾਂ ਦਾ ਸੀਗਾ। ਅਤੇ ਪਰ ਕਹਿੰਦੇ ਵੀ ਜਦੋਂ ਅਸੀਂ ਅੰਦਰ ਜਾਣ ਲੱਗੇ ਸੀ ਤਾਂ ਕਹਿੰਦੇ ਵੀ ਅਸੀਂ ਇਹ ਦੇਖਿਆ ਸੀਗਾ ਉਹ ਜਿਹੜਾ ਬਾਘ ਸੀਗਾ ਜਿਸ ਨੂੰ ਰਾਜੇ ਨੇ ਪਿੰਜਰੇ ਦੇ ਵਿੱਚ ਲੜਨ ਵਾਸਤੇ ਰੱਖਿਆ ਸੀਗਾ ਉਹ 7 ਦਿਨਾਂ ਤੋਂ ਭੁੱਖਾ ਰੱਖਿਆ ਸੀਗਾ ਤਾਂ ਜੋ ਜਿਹੜਾ ਬਾਘ ਆਪਣਾ ਭਿਆਨਕ ਰੂਪ ਧਾਰਨ ਕਰ ਸਕੇ ਅਤੇ ਬੜਾ ਹਮਲਾਵਰ ਹੋ ਜਾਵੇ। ਕਹਿੰਦੇ ਇਸ ਕਰਕੇ ਉਹ ਜਿਹੜਾ ਬਾਘ ਸੀਗਾ ਉੱਚੀ ਉੱਚੀ ਉਸੇ ਹੀ ਪਿੰਜਰੇ ਦੇ ਵਿੱਚ ਦਹਾਈਆਂ ਪਾ ਰਿਹਾ ਸੀਗਾ। ਉਹਦੀ ਜਿਹੜੀ ਗਰਜਨਾ ਸੀਗੀ ਦੂਰ ਦੂਰ ਤੱਕ ਸੁਣਾਈ ਦੇ ਰਹੀ ਸੀ। ਬੜਾ ਭਿਆਨਕ ਦ੍ਰਿਸ਼ ਸੀਗਾ। ਅਤੇ ਕਹਿੰਦੇ ਇਸ ਤਰ੍ਹਾਂ ਪ੍ਰਤੀਤ ਹੁੰਦਾ ਸੀਗਾ ਜਿਵੇਂ ਰਾਜੇ ਨੇ ਅੱਜ ਮੈਨੂੰ ਬਾਘ ਦੀ ਭੁੱਖ ਮਿਟਾਉਣ ਵਾਸਤੇ ਹੀ ਇਹ ਜਿਹੜੀ ਯੁੱਧ ਦੀ ਖੇਡ ਹੈਗੀ ਆ ਇਸ ਦੀ ਚਾਲ ਚੱਲੀ ਆ। ਖੈਰ ਬਾਘ ਸਵਾਮੀ ਜੀ ਕਹਿੰਦੇ ਅਸੀਂ ਬੜੇ ਸ਼ਾਂਤ ਭਾਵ ਦੇ ਨਾਲ ਜਿਹੜਾ ਪਹਿਲਾ 4 ਦੀਵਾਰੀ ਵਾਲਾ ਪਿੰਜਰਾ ਸੀਗਾ ਜਦ ਕਹਿੰਦੇ ਉਹਦੇ ਵਿੱਚ ਗਏ ਆ ਅਸੀਂ ਕੁੰਡੀ ਖੋਲ੍ਹੀ ਆ। ਕੁੰਡੀ ਖੋਲ੍ਹ ਕੇ ਕਹਿੰਦੇ ਅਸੀਂ ਕੁੰਡੀ ਲਾ ਲਈ ਆ। ਬਸ ਜਦੋਂ ਅੰਦਰ ਗਏ ਆ ਉਹ ਜਿਹੜੀ ਚਾਦਰ ਸੀਗੀ ਬਾਘ ਵਾਲੀ ਪਿੰਜਰੇ ਤੋਂ ਦਿੱਤੀ ਕਹਿੰਦੇ ਉਹਦੇ ਜਿਹੜੇ ਆਲੇ ਵਾਲੇ ਬੰਦੇ ਸੀ ਉਹਨਾਂ ਨੇ ਚੱਕ ਦਿੱਤੀ। ਤਾਂ ਕੀ ਦੇਖਿਆ ਉਹ ਬਾਘ ਜਿਹੜਾ ਸੀ ਬੜਾ ਭਿਆਨਕ ਰੂਪ ਹੋ ਕੇ ਉਸੇ ਪਿੰਜਰੇ ਵਿੱਚ ਬੜੀ ਦਰਾੜਤਾ ਮਾਰ ਮਾਰ ਕੇ ਕਹਿੰਦੇ ਉਹ ਘੁੰਮ ਰਿਹਾ ਸੀ। ਅਸੀਂ ਕਹਿੰਦੇ ਅੰਦਰ ਗਏ ਆ ਜਦ ਬਾਘ ਵਾਲੇ ਪਿੰਜਰੇ 'ਚ ਹਜੇ ਅਸੀਂ ਪਿੰਜਰੇ ਦਾ ਦਰਵਾਜ਼ਾ ਲਾਇਆ ਜਾਂ ਬਾਘ ਵਾਲੇ ਦਾ ਕਿ ਬਾਘ ਨੇ ਯਕਦਮ ਸਾਨੂੰ ਦੇਖ ਕੇ ਸਾਡੇ ਉੱਤੇ ਭਬਕ ਮਾਰ ਕੇ ਛਾਲ ਮਾਰੀ। ਜਦ ਛਾਲ ਮਾਰੀ ਤਾਂ ਜਦੋਂ ਕਹਿੰਦੇ ਅਸੀਂ ਉਹਦੀ ਛਾਲ ਨੂੰ ਰੋਕਣ ਲੱਗੇ ਅਤੇ ਸਾਡੀਆਂ ਜਿਹੜੀ ਸੱਜੇ ਹੱਥ ਦੀਆਂ ਉਂਗਲੀਆਂ ਸੀਗੀਆਂ ਬਾਘ ਦੇ ਮੂੰਹ 'ਚ ਆ ਗਈਆਂ। ਪਰ ਜਦ ਮੂੰਹ ਦੇ ਵਿੱਚ ਆ ਗਈਆਂ ਤਾਂ ਕਹਿੰਦੇ ਵੀ ਅਸੀਂ ਖੱਬੇ ਹੱਥ ਦੇ ਨਾਲ ਜਦ ਬਾਘ ਦੇ ਮੁੱਕਾ ਮਾਰਿਆ ਉਹ ਮੁੱਕਾ ਮਾਰਨ ਦੇ ਨਾਲ ਸਾਡੀਆਂ ਉਂਗਲਾਂ ਤਾਂ ਜਿਹੜੀਆਂ ਜ਼ਰੂਰ ਆ ਬਾਘ ਦੇ ਮੂੰਹ 'ਚ ਛੁੱਟ ਗਈਆਂ ਪਰ ਲਹੂ ਲਹਾਨ ਹੋ ਗਈਆਂ। ਜਦ ਸੱਜਾ ਹੱਥ ਦੀਆਂ ਉਂਗਲਾਂ ਲਹੂ ਲਹਾਨ ਹੋਈਆਂ ਅਤੇ ਅਸੀਂ ਆਪਣੇ ਸੱਜੇ ਹੱਥ ਦੀਆਂ ਉਂਗਲਾਂ ਨੂੰ ਜਿਹੜਾ ਸੀਗਾ ਆਪਣੇ ਲਗੋਟੇ ਦੇ ਵਿੱਚ ਦੇ ਲਿਆ ਅਤੇ ਉਸ ਤੋਂ ਬਾਅਦ ਫਿਰ ਖੱਬੇ ਹੱਥ ਦੇ ਨਾਲ ਕਹਿੰਦੇ ਅਸੀਂ ਬਾਘ 'ਤੇ ਵਾਰ ਕਰਨੇ ਸ਼ੁਰੂ ਕਰ ਦਿੱਤੇ। ਪਰ ਜਿੰਨੇ ਅਸੀਂ ਜ਼ੋਰ ਨਾਲ ਵਾਰ ਕਰੀਏ ਬਾਘ ਉਨਾ ਹੀ ਭਿਆਨਕ ਰੂਪ ਧਾਰ ਕੇ ਕਹਿੰਦੇ ਘੁੰਮ ਕੇ ਸਾਡੇ 'ਤੇ ਹਮਲਾ ਕਰੇ। ਜਦ ਹਮਲਾ ਕਰੇ ਤਾਂ ਫਿਰ ਸਵਾਮੀ ਜੀ ਕਹਿਣ ਲੱਗੇ ਕਿ ਅਸੀਂ ਇਸ ਹਮਲੇ ਦੇ ਵਿੱਚ ਆਪਣੇ ਆਪ ਨੂੰ ਸੰਭਾਲਿਆ। ਹੁਣ ਇੱਕ ਹੱਥ ਦੇ ਨਾਲ ਐਡੇ ਭਿਆਨਕ ਬਾਘ ਨੂੰ ਜਿਹੜਾ ਹਰਾਉਣਾ ਵੀ ਬੜਾ ਸਾਡੇ ਲਈ ਮੁਸ਼ਕਿਲ ਸੀਗਾ। ਪਰ ਆਪਣੀ ਕਹਿੰਦੇ ਅਸੀਂ ਇੱਛਾ ਸ਼ਕਤੀ ਦੀ ਦ੍ਰਿੜ ਇਰਾਦੇ ਨਾਲ ਉਸ ਬਾਘ ਦੇ ਸਿਰ ਦੇ ਉੱਤੇ ਐਡਾ ਭਾਰੀ ਵਾਰ ਕੀਤਾ ਸੀਗਾ ਕਿ ਉਹ ਜਿਹੜਾ ਬਾਘ ਸੀਗਾ ਬੇਹੋਸ਼ ਹੋ ਕੇ ਪਿੰਜਰੇ ਦੇ ਪਿਛਲੇ ਪਾਸੇ ਕਿਲਬਲੀ ਖਾ ਕੇ ਡਿੱਗਿਆ। ਜਦ ਕਹਿੰਦੇ ਡਿੱਗਿਆ ਤਾਂ ਲੋਕਾਂ ਦੀ ਵਜ੍ਹਾ ਕਹਿੰਦੇ ਉਸੇ ਟਾਈਮ ਜਿਹੜੀ ਸੀਗੀ ਉਹ ਰੌਲਾ ਪੈ ਗਿਆ ਸਟੇਡੀਅਮ 'ਚ। ਜਦ ਸਟੇਡੀਅਮ 'ਚ ਰੌਲਾ ਪੈ ਗਿਆ ਯਕਦਮ ਕਹਿੰਦੇ ਬਾਘ ਸੀਗਾ ਫਿਰ ਆਪਣੇ ਆਪ ਨੂੰ ਸੰਭਾਲ ਕੇ ਉੱਠਿਆ। ਉਹਨੇ ਕਹਿੰਦੇ ਫਿਰ ਸਾਡੇ ਉੱਤੇ ਛਾਲ ਮਾਰੀ। ਜਦ ਛਾਲ ਮਾਰੀ ਤਾਂ ਸਿੱਧਾ ਕਹਿੰਦੇ ਸਾਡਾ ਜਿਹੜਾ ਮੋਢਾ ਸੀਗਾ ਬਾਘ ਦੇ ਜਵਾੜੇ ਵਿੱਚ ਆਇਆ ਅਤੇ ਅਸੀਂ ਕਹਿੰਦੇ ਆਪਣੇ ਪਿੱਛੇ ਨੂੰ ਕਰਕੇ ਜਦ ਮੌਕਾ ਬਾਘ ਦੇ ਸਿਰ ਦੇ ਵਿੱਚ ਦੁਬਾਰਾ ਫਿਰ ਮਾਰਿਆ ਬੜੀ ਜ਼ੋਰ ਨਾਲ ਅਤੇ ਸਾਡਾ ਜਿਹੜਾ ਮੋਢਾ ਸੀਗਾ ਬਾਘ ਦੇ ਦੰਦਾਂ 'ਚੋਂ ਬਾਹਰ ਨਿਕਲ ਗਿਆ। ਜਦ ਬਾਹਰ ਨਿਕਲਿਆ ਬਾਘ ਕਹਿੰਦੇ ਫਿਰ ਡਿੱਗਿਆ। ਪਰ ਇਸ ਕਸ਼ਮ ਦੇ ਵਿੱਚ ਕਹਿੰਦੇ ਅਸੀਂ ਇੱਕ ਚੀਜ਼ ਦੇਖੀ ਆ ਕਿ
ਆਲੇ ਦੁਆਲੇ ਜਿਹੜਾ ਪਿੰਜਰਾ ਸੀਗਾ ਉਹਦੇ ਵਿੱਚ ਬਾਘ ਵੀ ਜ਼ਖਮੀ ਹੋ ਗਿਆ ਸੀ। ਸਾਡੇ ਸਰੀਰ ਦੇ ਉੱਤੇ ਜਿਹੜਾ ਸੀਗਾ ਉਹ ਵੀ ਕਈ ਜ਼ਖਮ ਪੈ ਗਏ ਸੀ ਬਾਘ ਦੇ ਦੰਦਾਂ ਦੇ ਨਾਲ, ਸਾਰੇ ਪਾਸੇ ਖੂਨ ਦੇ ਛਿੱਟੇ ਹੋ ਗਏ ਸੀ। ਪਰ ਕਹਿੰਦੇ ਵੀ ਅਸੀਂ ਹੈ ਨਾ ਜਦ ਬਾਘ ਦੇ ਨਾਲ ਲੜਦੇ ਇੱਕ ਐਸਾ ਭਿਆਨਕ ਆਪਣਾ ਜਿਹੜਾ ਮੁੱਕਾ ਪੂਰੀ ਸ਼ਕਤੀ ਨਾਲ ਬਾਘ ਦੇ ਸਿਰ ਦੇ ਵਿੱਚ ਮਾਰਿਆ, ਅਤੇ ਉਸ ਟਾਈਮ ਫਿਰ ਕਹਿੰਦੇ ਜਿਹੜਾ ਬਾਘ ਸੀਗਾ ਉਹ ਬੇਹੋਸ਼ ਹੋ ਕੇ ਫਿਰ ਕਹਿੰਦੇ ਉਸੇ ਪਿੰਜਰੇ ਦੇ ਵਿੱਚ ਇੱਕ ਪਾਸੇ ਡਿੱਗ ਪਿਆ। ਜਦ ਕਹਿੰਦੇ ਪਿੰਜਰੇ 'ਚ ਇੱਕ ਪਾਸੇ ਬੇਹੋਸ਼ ਹੋ ਕੇ ਡਿੱਗਿਆ, ਉਸ ਟਾਈਮ ਫਿਰ ਕਹਿੰਦੇ ਸਾਰੇ ਪਾਸੇ ਜਾਣੀ ਇਹ ਗੱਲ ਮੱਚ ਗਈ ਸੀਗੀ ਕਿ ਭਾਈ ਇਹ ਜਿਹੜਾ ਬਾਘ ਹੈਗਾ ਇਸ ਨੂੰ ਹੁਣ ਸਵਾਮੀ ਜੀ ਨੇ ਚਿੱਤ ਕਰ ਦਿੱਤਾ। ਪਰ ਕਹਿੰਦੇ ਮੈਨੂੰ ਵੀ ਲੱਗਾ ਕਿ ਬਾਘ ਇਹ ਪੂਰੀ ਤਰ੍ਹਾਂ ਬੇਹੋਸ਼ ਹੋ ਕੇ ਡਿੱਗ ਪਿਆ, ਪਰ ਅਸਲ ਦੇ ਵਿੱਚ ਬਾਘ ਬੇਹੋਸ਼ ਹੋ ਕੇ ਡਿੱਗਿਆ ਨਹੀਂ ਸੀਗਾ, ਕਿਉਂ ਉਹਦੇ ਸਿਰ ਦੇ ਵਿੱਚ ਜਿਹੜੀ ਜ਼ੋਰ ਦੀ ਸੱਟ ਲੱਗੀ ਸੀਗੀ ਕਿ ਉਸ ਨੂੰ ਕੁਛ ਟਾਈਮ ਵਾਸਤੇ ਜਿਹੜੀ ਸੀਗੀ ਉਹ ਆਪਣੇ ਸਰੀਰ ਦੇ ਵਿੱਚ ਕੰਬਣੀ ਜਿਹੀ ਕਹਿੰਦੇ ਕਾਫੀ ਮਹਿਸੂਸ ਹੋਈ। ਪਰ ਅਸੀਂ ਬੇਹੋਸ਼ ਸਮਝੇ, ਕਹਿੰਦੇ ਉਹਨੂੰ ਜਦ ਸੰਗਲੀ ਨਾਲ ਬੰਨ੍ਹਿਆ, ਸੰਗਲੀ ਨਾਲ ਬੰਨ੍ਹ ਕੇ ਹਜੇ ਕਹਿੰਦੇ ਅਸੀਂ ਬਾਹਰ ਹੀ ਨਿਕਲਣ ਲੱਗੇ ਸੀਗੇ, ਪਰ ਬਾਘ ਨੇ ਜਿਹੜੇ ਸੀਗਾ ਫਿਰ ਕਹਿੰਦੇ ਉੱਠ ਕੇ ਦਹਾੜ ਮਾਰੀ, ਉਹ ਸੰਗਲੀ ਤੋੜ ਦਿੱਤੀ ਅਤੇ ਬੜਾ ਭਿਆਨਕ ਰੂਪ ਹੋ ਕੇ ਕਹਿੰਦੇ ਸਾਡੇ 'ਤੇ ਫਿਰ ਦੁਬਾਰਾ ਛਾਲ ਮਾਰੀ। ਜਦ ਛਾਲ ਮਾਰੀ ਤਾਂ ਕਹਿੰਦੇ ਬਸ ਇਸੇ ਕਸ਼ਮਕਸ਼ ਦੇ ਵਿੱਚ ਦੁਬਾਰਾ ਫਿਰ ਕਹਿੰਦੇ ਸਾਡਾ ਉਹਦੇ ਨਾਲ ਲੜਾਈ ਹੋਣੀ ਸ਼ੁਰੂ ਹੋ ਗਈ। ਜਦ ਬਾਘ ਦੇ ਨਾਲ ਲੜਾਈ ਹੋਵੇ ਤਾਂ ਕਦੀ ਕਹਿੰਦੇ ਬਾਘ ਇੱਕ ਪਾਸੇ ਤਾਂ ਅਸੀਂ ਇੱਕ ਪਾਸੇ, ਕਦੀ ਉੱਚੇ ਉਹ ਉੱਪਰ ਅਤੇ ਕਦੀ ਅਸੀਂ ਥੱਲੇ, ਕਦੀ ਅਸੀਂ ਉੱਪਰ ਅਤੇ ਕਦੀ ਉਹ ਥੱਲੇ। ਇਸ ਤਰ੍ਹਾਂ ਕਹਿੰਦੇ ਕਰਦੇ ਅਸੀਂ ਆਪਣੇ ਸ਼ਕਤੀਸ਼ਾਲੀ ਮੌਕਿਆਂ ਦੇ ਨਾਲ ਫਿਰ ਬਾਘ ਨੂੰ ਹੁਣ ਅਧਮੋਇਆ ਕਰ ਦਿੱਤਾ। ਜਦ ਅਧਮੋਇਆ ਕਰਦਾ ਇਸੇ ਟਾਈਮ ਕਹਿੰਦੇ ਇਸ ਸ਼ਕਤੀਸ਼ਾਲੀ ਲੜਾਈ ਦੇ ਵਿੱਚ ਭੀੜ ਦੇ ਵਿੱਚ ਇਹ ਆਵਾਜ਼ਾਂ ਆਉਣ ਲੱਗ ਪਈਆਂ ਵੀ ਇਹ ਜਿਹੜਾ ਬਾਘ ਆ ਪਾਗਲ ਹੋ ਗਿਆ, ਜ਼ਖਮ ਹੋ ਗਏ, ਇਹ 'ਤੇ ਗੋਲੀ ਚਲਾ ਦਿਓ। ਇੱਕ ਸਿਪਾਹੀ ਨੇ ਕਹਿੰਦੇ ਗੋਲੀ ਵੀ ਚਲਾਤੀ ਸੀ ਇਸੇ ਰੌਲੇ ਦੇ ਵਿੱਚ, ਪਰ ਉਹਦਾ ਨਿਸ਼ਾਨਾ ਠੀਕ ਨਹੀਂ ਬੈਠਾ। ਪਰ ਸਾਡੇ ਮੌਕਿਆਂ ਦੀ ਮਾਰ ਨਾਲ ਚੱਲਦਾ ਹੋਇਆ ਬਾਘ ਜਿਹੜਾ ਸੀਗਾ ਦੁਬਾਰਾ ਫਿਰ ਜਿਹੜਾ ਸੀਗਾ ਉਹ ਬੇਹੋਸ਼ ਹੋ ਕੇ ਫਿਰ ਦੁਬਾਰਾ ਡਿੱਗਿਆ। ਮੁੜ ਕੇ ਕਹਿੰਦੇ ਜਦ ਅਸੀਂ ਆਪਣੇ ਹੱਥ ਦੇ ਨਾਲ ਬਾਘ ਦਾ ਮੂੰਹ ਪੰਜਾ ਖੋਲ੍ਹਿਆ ਸੀਗਾ, ਪੰਜਾ ਖੋਲ੍ਹ ਕੇ ਜਦ ਕਹਿੰਦੇ ਅਸੀਂ ਉਸ ਬਾਘ ਨੂੰ ਅੰਦਰੋਂ ਤੱਕਿਆ ਅਤੇ ਦੇਖਿਆ ਕਿ ਵਾਕਿਆ ਉਹ ਹੁਣ ਬਿਲਕੁਲ ਬੇਹੋਸ਼ ਹੋ ਚੁੱਕਾ ਸੀਗਾ। ਫਿਰ ਕਹਿੰਦੇ ਅਸੀਂ ਆਪਣਾ ਜਿਹੜਾ ਸਿਰ ਸੀਗਾ ਉਹਦੇ ਮੂੰਹ ਦੇ ਕੋਲ ਲਿਜਾ ਕੇ ਕਹਿੰਦੇ ਅੱਗੇ ਕੀਤਾ ਸੀਗਾ ਲੋਕਾਂ ਨੂੰ ਦਿਖਾਉਣ ਵਾਸਤੇ, ਪਰ ਬਾਘ ਕਹਿੰਦੇ ਉੱਠਿਆ ਨਹੀਂ, ਕਿਉਂਕਿ ਉਹਨੂੰ ਪਤਾ ਹੀ ਨਹੀਂ ਲੱਗਾ ਕਿ ਕੋਈ ਜਿਹੜਾ ਆਦਮੀ ਮੇਰੇ ਨਾਲ ਜੰਗ ਕਰਦਾ, ਕਿਉਂਕਿ ਪੂਰੀ ਬੇਹੋਸ਼ੀ ਦੀ ਹਾਲਤ 'ਚ ਚਲੇ ਗਿਆ ਸੀ। ਦੁਬਾਰਾ ਫਿਰ ਕਹਿੰਦੇ ਅਸੀਂ ਸੰਗਲੀ ਚੁੱਕੀ ਆ, ਬਾਘ ਨੂੰ ਫਿਰ ਮਜ਼ਬੂਤੀ ਦੇ ਨਾਲ ਬੰਨ੍ਹਿਆ ਹੈਗਾ। ਬੰਨ੍ਹਣ ਤੋਂ ਬਾਅਦ ਫਿਰ ਕਹਿੰਦੇ ਬੜੇ ਅਸੀਂ ਆਸਾਨੀ ਦੇ ਨਾਲ ਉਸ ਪਿੰਜਰੇ ਦੀ ਕੁੰਡੀ ਲਾਈ, ਕੁੰਡੀ ਲਾ ਕੇ ਫਿਰ ਜਿਹੜਾ ਬਾਹਰਲਾ ਜੰਗਲਾ ਸੀਗਾ ਉਸ ਨੂੰ ਖੋਲ੍ਹਿਆ, ਅਤੇ ਜਦੋਂ ਬਾਹਰ ਆਏ ਹਾਂ ਅਸੀਂ ਲਹੂ ਲਹਾਣ ਤਾਂ ਜ਼ਰੂਰ ਹੋ ਗਏ, ਪਰ ਆਲੇ ਦੁਆਲੇ ਜਿੰਨੇ ਵੀ ਦੇਖਣ ਵਾਲੇ ਦਰਸ਼ਕ ਸੀਗੇ ਜਿਨ੍ਹਾਂ ਦੀ ਗਿਣਤੀ ਲੱਖਾਂ ਸੀ, ਕਹਿੰਦੇ ਵੀ ਉਹ ਸਾਰੇ ਜਿਹੜੇ ਦਰਸ਼ਕ ਸੀਗੇ ਕਹਿੰਦੇ ਉਹਨਾਂ ਦੇ ਵਿੱਚ ਮੇਰੀ ਬੱਲੇ ਬੱਲੇ ਹੋ ਗਈ, ਜੈ ਜੈਕਾਰ ਹੋ ਗਈ। ਸਾਰੇ ਲੋਕਾਂ ਨੇ ਕਹਿੰਦੇ ਮੇਰੇ ਉੱਤੇ ਜਿਹੜੇ ਸੀਗੇ ਰੁਪਈਆਂ ਦੇ ਮੀਂਹ ਬਰਾਤੇ, ਜਦ ਰੁਪਈਆਂ ਦੇ ਮੀਂਹ ਬਣਾਤੇ। ਇੱਥੋਂ ਤੱਕ ਕਹਿੰਦੇ ਜਿਹੜਾ ਰਾਜਾ ਸੀ ਜਿਹਨੇ ਸਾਰਾ ਪ੍ਰਬੰਧ ਕੀਤਾ ਸੀਗਾ ਇਹ ਸਾਰਾ ਕੁਛ, ਉਹਨੇ ਸੋਨੇ ਦੀਆਂ ਜਿਹੜੀਆਂ ਮੋਹਰਾਂ ਸੀਗੀਆਂ ਮੇਰੇ ਕਹਿੰਦੇ ਪੈਰਾਂ ਦੇ ਉੱਤੇ ਮੋਹਰੇ ਢੇਰ ਲਾਤੇ। ਜਦ ਢੇਰ ਲਾਤੇ ਉਸ ਤੋਂ ਬਾਅਦ ਫਿਰ ਕਹਿੰਦੇ ਮੈਨੂੰ ਡਾਕਟਰੀ ਸਹਾਇਤਾ ਦਿੱਤੀ ਗਈ, ਮੇਰੀ ਮਲਮ ਪੱਟੀ ਕੀਤੀ ਗਈ। ਮਲਮ ਪੱਟੀ ਕਰਕੇ ਕਹਿੰਦੇ ਜਿਹੜੀਆਂ ਸ਼ਰਤਾਂ ਸੀਗੀਆਂ ਉਹ ਤਾਂ ਕਹਿੰਦੇ ਮੈਨੂੰ ਮਿਲ ਗਈਆਂ, ਬਹੁਤ ਸਾਰੇ ਤੋਹਫੇ ਦਿੱਤੇ ਗਏ, ਬੜਾ ਮਾਣ ਸਨਮਾਨ ਕੀਤਾ। ਪਰ ਉਸ ਤੋਂ ਬਾਅਦ ਮੇਰੀ ਹਾਲਤ ਐਸੀ ਹੋ ਗਈ ਸੀਗੀ ਕਿ ਮੈਂ 6 ਮਹੀਨੇ ਫਿਰ ਇਲਾਜ ਦੇ ਵਿੱਚ ਉਸ ਮੰਜੇ ਦੇ ਵਿੱਚ ਉਸੇ ਸ਼ਹਿਰ ਦੇ ਵਿੱਚ ਰਿਹਾ ਹੈਗਾ। ਪਰ 6 ਮਹੀਨੇ ਦੀ ਜਦੋਜਹਿਦ ਤੋਂ ਬਾਅਦ ਜਦੋਂ ਮੇਰਾ ਸਰੀਰ ਪੂਰੀ ਤਰ੍ਹਾਂ ਨਿਰੋਗ ਹੋ ਗਿਆ ਸੀਗਾ, ਫਿਰ ਬਾਘ ਸਵਾਮੀ ਜੀ ਕਹਿੰਦੇ ਫਿਰ ਮੈਂ ਜਿਹੜਾ ਸੀ ਉਹ ਆਪਣੇ ਘਰ ਆਇਆ। ਜਦ ਘਰ ਆਇਆ ਅਤੇ ਮੈਨੂੰ ਕਹਿੰਦੇ ਫਿਰ ਮੇਰੇ ਪਿਤਾ ਜੀ ਨੂੰ ਦੱਸੀ ਜਿਹੜੀ ਉਹ ਸਵਾਮੀ ਦੀ ਭਵਿੱਖਬਾਣੀ ਸੀਗੀ ਉਹ ਯਾਦ ਆ ਗਈ ਕਿ ਅਗਰ ਮੈਂ ਇਹ ਜੰਗ ਨਾ ਕਰਦਾ ਅਤੇ ਅੱਜ ਮੈਂ 6 ਮਹੀਨੇ ਮੰਜੇ ਦੇ ਉੱਤੇ ਮੌਤ ਅਤੇ ਜ਼ਿੰਦਗੀ ਦੀ ਲੜਾਈ ਲੜ ਕੇ ਵਾਪਸ ਨਾ ਆਉਂਦਾ। ਖੈਰ ਕਹਿੰਦੇ ਫਿਰ ਮੇਰੇ ਮਨ ਵਿੱਚ ਇਹ ਗੱਲ ਆਈ ਕਿ ਅਗਰ ਉਹ ਸਵਾਮੀ ਜਿਨ੍ਹਾਂ ਨੇ ਮੇਰੀ ਭਵਿੱਖਬਾਣੀ ਕੀਤੀ ਸੀ, ਅਗਰ ਉਹ ਮੇਰੇ ਪਾਸ ਆ ਜਾਣ, ਕਿਸੇ ਤਰ੍ਹਾਂ ਮੈਨੂੰ ਉਹਨਾਂ ਦੇ ਦਰਸ਼ਨ ਹੋ ਜਾਣ, ਅਤੇ ਮੈਂ ਇਹ ਸਾਰਾ ਕੁਛ ਛੱਡ ਕੇ ਮੁੜ ਕੇ ਪੱਕਾ ਸੰਨਿਆਸੀ ਬਣ ਜਾਵਾਂ। ਪਰ ਕਹਿੰਦੇ ਮੇਰੀ ਲਗਨ ਸੱਚੀ ਸੀ। ਇੱਕ ਦਿਨ ਕਹਿੰਦੇ ਵਾਕਿਆ ਹੀ ਉਹ ਮਹਾਤਮਾ ਸਾਡੇ ਘਰ ਆਏ, ਘਰ ਆ ਕੇ ਕਹਿੰਦੇ ਉਹਨਾਂ ਨੇ ਮੈਨੂੰ ਜੱਫੀ ਪਾਈ, ਬੜੇ ਪਿਆਰ ਸਤਿਕਾਰ ਨਾਲ ਮਿਲੇ ਆ, ਅਤੇ ਮਿਲ ਕੇ ਕਹਿੰਦੇ ਉਹਨਾਂ ਨੇ ਮੈਨੂੰ ਇਹ ਗੱਲ ਆਖੀ ਕਿ ਜਿਹੜੀ ਬਾਘਾਂ ਦੇ ਨਾਲ ਦੀ ਤੇਰੀ ਲੜਾਈ ਦੀ ਜਿਹੜੇ ਕੌਤਕ ਖੇਡ ਬਹੁਤ ਹੋ ਚੁੱਕੇ ਆ, ਪਰ ਹੁਣ ਆਪਾਂ ਐਸਾ ਜਿਹੜਾ ਕੌਤਕ ਹੈਗਾ ਉਹ ਕਰਨਾ ਹੈਗਾ ਕਿ ਜਿਹੜੇ ਮਨ ਰੂਪੀ ਜੰਗਲ ਦੇ ਵਿੱਚ ਇਹ ਜਿਹੜੇ ਵਾਸ਼ਨਾਵਾਂ ਦੇ ਬਾਗ ਹੈਗਾ ਇਹਨਾਂ ਨੂੰ ਮਾਰ ਕੇ ਇਹਨਾਂ 'ਤੇ ਫਤਿਹ ਪ੍ਰਾਪਤ ਕਰਕੇ ਇਸ ਸੰਸਾਰ ਦੇ ਵਿੱਚ ਪ੍ਰਸਿੱਧੀ ਪ੍ਰਾਪਤ ਕਰਨੀ ਆ, ਭਾਵ ਕਿ ਆਪਣਾ ਲੋਕ ਪਰਲੋਕ ਕਹਿੰਦੇ ਸਵਾਰਨਾ ਹੈਗਾ। ਇਸ ਤਰ੍ਹਾਂ ਕਹਿੰਦੇ ਜੇ ਸਾਰੀ ਗੱਲ ਹੋਈ ਸੀ, ਉਸ ਤੋਂ ਬਾਅਦ ਫਿਰ ਕਹਿੰਦੇ ਉਸੇ ਹੀ ਸਵਾਮੀ ਨੇ ਫਿਰ ਸਾਨੂੰ ਦੀਕਸ਼ਾ ਦਿੱਤੀ। ਦੀਕਸ਼ਾ ਦੇ ਕੇ ਕਹਿੰਦੇ ਉਹੀ ਸਵਾਮੀ ਜਿਹੜੇ ਸੀਗੇ ਉਹਨਾਂ ਨੇ ਫਿਰ ਸਾਡੇ ਜਿੰਨੇ ਸਾਰੇ ਬੰਦ ਕਪਾਟ ਸੀ ਅਗਿਆਨਤਾ ਦੇ ਸਾਰੇ ਖੋਲ੍ਹੇ ਆ, ਅਤੇ ਸਾਨੂੰ ਆਪਣੀ ਹਿਮਾਲਿਆ ਦੀ ਗੁਫਾ ਦੇ ਵਿੱਚ ਲਿਜਾ ਕੇ ਉੱਥੇ ਫਿਰ ਕਹਿੰਦੇ ਯੋਗ ਸਾਧਨਾ ਕਿਰਿਆ ਸਿਖਾਲੀ ਆ। ਅਤੇ ਅੱਜ ਕਹਿੰਦੇ ਜਿਹੜਾ ਮੇਰਾ ਮਨ ਕਿਸੇ ਟਾਈਮ ਬਾਘਾਂ ਦੀ ਲੜਾਈ ਦੇ ਵਿੱਚ ਹਮੇਸ਼ਾ ਅਸ਼ਾਂਤ ਰਹਿੰਦਾ ਸੀ, ਸਮੁੰਦਰ ਦੀਆਂ ਲਹਿਰਾਂ ਵਾਂਗੂ ਛਾਲਾ ਮਾਰਦਾ ਹੁੰਦਾ ਸੀ, ਅੱਜ ਬਿਲਕੁਲ ਸ਼ਾਂਤ ਚਿੱਤ ਹੈ, ਕਿਉਂਕਿ ਮੈਂ ਆਪਣੇ ਮਨ ਰੂਪੀ ਜਿਹੜੇ ਬਾਘ ਹੈਗੇ ਆ ਇਹਨਾਂ ਨੂੰ ਮਾਰ ਕੇ ਇਹਨਾਂ 'ਤੇ ਜਿੱਤ ਪ੍ਰਾਪਤ ਕਰਕੇ ਅੱਜ ਅੰਦਰ ਜਿਹੜਾ ਹੈਗਾ
ਉਹ ਹਮੇਸ਼ਾ ਖੁਸ਼ਹਾਲ ਤੇ ਸੁਗੰਧੀ ਦੇ ਨਾਲ ਭਰ ਕੇ ਪੂਰੇ ਆਨੰਦ ਦੇ ਵਿੱਚ ਆਪਣਾ ਜੀਵਨ ਬਤੀਤ ਕਰ ਰਿਹਾ ਹੈਗਾ। ਇਹ ਸਾਰੀ ਜਿਹੜੀ ਗੱਲਬਾਤ ਸੀ ਉਸ ਬਾਗ ਸਵਾਮੀ ਜੀ ਨੇ ਜਦੋਂ ਪਰਮਹੰਸ ਯੋਗਾਨੰਦ ਜੀ ਨਾਲ ਸਾਂਝੀ ਕੀਤੀ ਸੀ। ਫਿਰ ਪਰਮਹੰਸ ਯੋਗਾਨੰਦ ਜੀ ਕਹਿੰਦੇ ਕਿ ਮੈਨੂੰ ਉਹਨਾਂ ਦੀ ਗੱਲਬਾਤ ਸੁਣ ਕੇ ਇੰਨੀ ਖੁਸ਼ੀ ਹੋਈ, ਮਨ ਵਿੱਚ ਇਹ ਆਇਆ ਕਿ ਭਾਵੇਂ ਇਹਨਾਂ ਦੇ ਕਮਰੇ ਵਿੱਚ ਸਾਨੂੰ ਇਹਨਾਂ ਨੂੰ ਮਿਲਣ ਵਾਸਤੇ ਕਾਫੀ ਇੰਤਜ਼ਾਰ ਕਰਨਾ ਪਿਆ, ਪਰ ਇਸ ਇੰਤਜ਼ਾਰ ਦਾ ਜਿਹੜਾ ਸਵਾਦ ਹੈਗਾ ਉਹ ਸਵਾਮੀ ਜੀ ਦੀ ਜਿਹੜਾ ਹੱਡ ਬੀਤੀਆਂ ਜੋ ਕਹਾਣੀਆਂ ਹੈਗੀਆਂ ਉਹਨਾਂ ਨੂੰ ਸੁਣ ਕੇ ਮੇਰਾ ਮਨ ਸਦਾ ਵਾਸਤੇ ਆਨੰਦਿਤ ਹੋ ਗਿਆ। ਇਹ ਕਹਿ ਕੇ ਫਿਰ ਪਰਮਹੰਸ ਯੋਗਾਨੰਦ ਜੀ ਕਹਿੰਦੇ ਮੈਂ ਤੇ ਮੇਰਾ ਮਿੱਤਰ ਚੰਡੀ, ਫਿਰ ਅਸੀਂ ਕਹਿੰਦੇ ਦੁਆਰਾ ਨਮਸਕਾਰ ਕਰਕੇ ਫਿਰ ਉਹਨਾਂ ਦੇ ਘਰ ਦੇ ਵਿੱਚੋਂ ਵਿਦਾ ਹੋ ਗਏ। ਸੋ ਦਾਸ ਇੰਨੇ ਹੀ ਸੋਹਮ ਸਵਾਮੀ ਜੀ ਦੇ ਜੀਵਨ ਦੀ ਇਹ ਝਲਕ ਆਪ ਸਾਰੀਆਂ ਸੰਗਤਾਂ ਨਾਲ ਸਾਂਝਾ ਕਰਦਾ ਹੋਇਆ ਖਿਮਾ ਦਾ ਜਾ ਚੁੱਕਾ ਜੀ। ਹੋਈਆਂ ਬੇਅੰਤ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ, ਸੋ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।